ਖਾਲਸਾ ਪੰਥ ਦੀ ਰਵਾਇਤ ਹੈ, ਜੇ ਕਿਤੇ ਉਹਦਾ ਸਿਰ ਦਾ ਸਾਈਂ ਸ਼ਹੀਦੀ ਪਾ ਗਿਆ ਨਾ ਜੀ, ਉਹ ਬੱਚੇ ਉਹ ਬੱਚੀਆਂ ਆਪਣੇ ਬੱਚਿਆਂ ਦੀ ਵੀ ਸ਼ਹੀਦੀਆਂ ਪਾਉਂਦੀਆਂ ਨੇ। ਕਿ ਜੇ ਬੀਬੀਆਂ ਐਸੇ ਐਸੇ ਯੋਧੇ ਸੂਰਮਿਆਂ ਨੂੰ ਜੰਮ ਸਕਦੀਆਂ ਤੇ ਕੀ ਸਾਡੀ ਭੈਣ ਚੋਣ ਨਹੀਂ ਲੜ ਸਕਦੀ? ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ, ਸਨ 75 ਤੋਂ ਲੈ ਕੇ ਹੁਣ ਤੱਕ ਅੱਜ ਤੱਕ ਕੋਈ ਬੀਬੀ 45 ਵਾਰਡ ਤੋਂ ਇਲੈਕਸ਼ਨ ਨਹੀਂ ਜਿੱਤ ਸਕੀ। ਜੇ ਇੰਨੀ ਤੈਨੂੰ ਤਕਲੀਫ ਸੀ ਤਾਂ ਆਪਣੀ ਜਨਾਨੀ ਨੂੰ ਇਲੈਕਸ਼ਨ ਲੜਾ ਲੈਂਦਾ, ਬੀਬੀ ਦਾ ਕਿ ਬੀਬੀ ਲੜਾ ਲੈਂਦਾ। ਤੁਸੀਂ ਇਹ ਨਾ ਸੋਚਿਓ ਕਿ ਕਿਤੇ ਤਰਸ ਕਰਕੇ ਕਿਤੇ ਤੈਨੂੰ ਸੀਟ ਦਿੱਤੀ ਹੈ, ਇਹਦੀ ਤਾਂ ਇਸ ਬੱਚੀ ਦੀ ਦਾਅਵੇਦਾਰੀ ਬਣਦੀ ਸੀ ਨਾ। ਜਿਹੜਾ ਆਪਾਂ ਕਹਿ ਲਈਏ ਤੇ ਤੁਹਾਡਾ ਵੀ ਚੱਲ ਰਿਹਾ ਸੀਗਾ ਕਿ ਸ਼ਾਇਦ ਸੀਟ ਦੀ ਦਾਅਵੇਦਾਰ ਜਿਹੜੇ ਹੈਗੇ ਪ੍ਰਿਥਵੀਪਾਲ ਸਿੰਘ ਪਾਲੀ ਵੀ ਹੋ ਸਕਦੇ ਆ, ਪਰ ਹਰਜਿੰਦਰ ਕੌਰ ਭੈਣ ਜੀ ਨੂੰ, ਜਗਤਾਰ ਸਿੰਘ ਜੱਗਾ ਦੀ ਧਰਮ ਪਤਨੀ ਨੂੰ ਟਿਕਟ ਦਿੱਤੀ ਗਈ ਆ। ਤੁਸੀਂ ਨਾਲ ਚੱਲ ਰਹੇ ਹੋ, ਕੀ ਲੱਗਦਾ ਹੈ ਕਿ ਕਿਤੇ ਇਦਾਂ ਦੀ ਗੱਲ ਤੇ ਨਹੀਂ ਕਿ ਕੈਂਡੀਡੇਟ ਸ਼ਾਇਦ ਮੈਂ ਹੋ ਸਕਦਾ ਸੀ? ਬਚਨ ਜੋ ਕਹਤੇ ਉਹ ਪੂਰੇ ਨੇ, ਉਹ ਪਿੱਛੇ ਨਹੀਂ ਹਟ ਸਕਦਾ। ਫੁਰਨਾ ਮੇਰੇ ਡੀਐਨਏ ਦੇ ਵਿੱਚੋਂ ਬਲੱਡ ਹੀ ਨਹੀਂ ਹੈਗਾ ਜਿਹੜਾ ਬਚਨ ਦੇ ਕੇ ਪਿੱਛੇ ਹਟ ਜਾਏ। ਪਿਛਲੇ ਇਲੈਕਸ਼ਨ ਦੇ ਵਿੱਚ ਤੁਸੀਂ ਆਪ ਵੀ ਐਸੇ ਸੀਟ ਤੋਂ ਕੈਂਡੀਡੇਟ ਸੀਗੇ, ਜਗਤਾਰ ਸਿੰਘ ਜੱਗਾ ਦੇ ਖਿਲਾਫ ਹੀ ਤੁਸੀਂ ਲੜ ਰਹੇ ਸੀਗੇ। ਜਥੇਦਾਰ ਰਣਜੀਤ ਸਿੰਘ ਜੀ ਨੇ, ਉਹ ਮੇਰੇ ਗੁਰੂ ਭਾਈ ਵੀ ਨੇ। ਸਾਡਾ ਬਚਪਨ ਉਹਨਾਂ ਦੇ ਹੱਥੀਂ ਖੇਡਿਆ ਗਿਆ, ਇਹ ਉਹਨਾਂ ਦੀ ਜਨਮ ਸਥਲੀ ਹੈ ਸਾਊਥ ਅਨਾਰਕਲੀ। ਜਥੇਦਾਰ ਰਣਜੀਤ ਸਿੰਘ ਜੀ ਦੀ ਬਾਬਾ ਦੀਪ ਸਿੰਘ ਰਣਜੀਤ ਖਾੜੇ ਦੇ ਅੰਦਰ ਜੋ ਮੱਲਾਂ ਉਹਨਾਂ ਨੇ ਮਾਰੀਆਂ, ਗੱਤਕਾ ਮਾਸਟਰ ਜੀ ਅੱਜ ਉਹਦਾ ਇੰਜੋਏ ਕਰਦੇ ਪਏ ਨੇ। ਉਹਨਾਂ ਨੇ ਪਹਿਲੇ ਦਿਨ ਐਲਾਨ ਕਰਤਾ ਸੀ 45 ਨੰਬਰ ਵਾਰਡ ਤੋਂ ਬੇਟੇ ਤੂੰ ਲੜੇਗਾ। ਸਾਂਝ ਪੈਂਦੀ ਸੀ ਸਾਡੀ, ਲੇਕਿਨ ਇਸ ਤਰ੍ਹਾਂ ਹੁੰਦਾ ਕਿ ਜਿਹੜਾ ਬੰਦਾ ਸਾਂਝ ਪੈਂਦੀ ਸੀ ਤਾਂ ਉਦੋਂ ਫਿਰ ਵੱਖ-ਵੱਖ ਪਾਰਟੀਆਂ ਤੋਂ ਇਲੈਕਸ਼ਨ ਕੇ ਲੜੇ ਸੀਗੇ। ਅੱਜ ਇਕੱਠੇ ਆ, ਚੰਗੀ ਗੱਲ ਆ ਅੱਜ ਇਕੱਠੇ ਆ, ਪਰ ਉਦੋਂ ਵੱਖ-ਵੱਖ ਹੀ ਹੋਏ ਸੀ। ਜੇ ਸਾਂਝ ਹੈਗੀ ਸੀ ਤਾਂ ਅੱਜ ਸਿਰਸਾ ਸਾਹਿਬ ਛਾਤੀ ਤੇ ਹੱਥ ਮਾਰ ਕੇ ਕਹਿੰਦੇ ਮੈਂ ਕਿਸਾਨਾਂ ਦਾ ਜਾ ਕੇ ਮੈਂ ਜ਼ਮਾਨਤਾਂ ਕਰਾਈਆਂ। 3 ਪ੍ਰੈਸ ਕਾਨਫਰੰਸਾਂ ਕੀਤੀਆਂ ਕਿਸਾਨਾਂ ਨੇ, ਔਰ ਉਹਨਾਂ ਨੇ ਹਦਾਇਤ ਦਿੱਤੀ ਹੈ ਮੌਜੂਦਾ ਪ੍ਰਧਾਨ ਸਿਰਸਾ ਜੀ ਨੂੰ, ਖਬਰਦਾਰ ਅਗਰ ਤੁਸੀਂ ਇਹਨਾਂ ਦਾ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕਰੋਗੇ। ਸਾਰਾ ਪੈਸਾ ਸਾਡੀ ਟੀਮ ਲਾ ਰਹੀ ਹੈ, ਸਾਰਾ ਕੁਝ ਸਾਡੀ ਟੀਮ ਕਰਦੀ ਹੈ। ਹੋ ਕੀ ਰਿਹਾ? ਤਿਹਾੜ ਜੇਲ੍ਹ ਤੋਂ ਖਾਲਸਾ ਜੀ ਬਾਹਰ ਆਉਂਦੇ ਨੇ, ਸਾਰੀ ਟੀਮ ਲੈ ਕੇ ਅੱਗੇ ਦੇ ਸਰੋਪੇ ਦੇ ਸਰੋਪਾ, ਦੇ ਸਰੋਪੇ ਦੇ ਸਰੋਪਾ। ਕਮਾਲ ਹੋ ਗਈ ਹੈ, ਪੈਸਾ ਉਹ ਲਾ ਰਹੇ ਨੇ। ਅੱਛਾ, ਮੈਂ ਸਿਰਸਾ ਜੀ ਨੂੰ ਸਲਾਮ ਕਰਾਂ, ਜੇ ਕਿਤੇ ਦਿੱਲੀ ਸਰਕਾਰ ਨਾਲ ਸੈਂਟਰ ਸਰਕਾਰ ਨਾਲ ਮਿਲ ਕੇ ਸਾਰੇ ਬੱਚਿਆਂ ਦੇ ਕੇਸ ਮਾਫ ਕਰਾ ਦਿਓ। ਤੁਸੀਂ ਕਹਿੰਦੇ ਨਾ 2 ਸਾਲ ਬੇਮਿਸਾਲ, ਤਾਂ 6 ਸਾਲ ਦਾ ਹਿਸਾਬ ਕੌਣ ਦਊਗਾ ਤੁਹਾਨੂੰ? ਮੌਜੂਦਾ ਜਿਹੜੇ ਸਿਟਿੰਗ ਮੈਂਬਰ ਨੇ ਉਹ ਧਰਮ ਪ੍ਰਚਾਰ ਦੇ ਮੌਜੂਦਾ ਚੇਅਰਮੈਨ ਵੀ ਨੇ ਜਤਿੰਦਰਪਾਲ ਸਿੰਘ ਗੋਲਡੀ, ਔਰ ਹੁਣ ਤੱਕ ਜਦੋਂ ਵੀ ਇਸ ਸੀਟ ਤੋਂ ਲੜੇ ਨੇ ਹਮੇਸ਼ਾ ਉਹ ਜਿੱਤਦੇ ਆਏ ਨੇ। ਪਹਿਲੀ ਇਲੈਕਸ਼ਨ ਅਸੀਂ ਆਪ ਜਿਤਾਈ ਹੈ, ਆਪਣੇ ਉਸਤਾਦ ਨੂੰ ਰਾਇਆ ਹੈ। ਗੋਲਡੀ ਜੀ ਨੂੰ ਨਾਲ ਇਲੈਕਸ਼ਨ ਜਿਤਾਈ ਹੈ। ਅਗਲੀ ਇਲੈਕਸ਼ਨ ਤੁਸੀਂ ਆਪ ਲੜਨ ਲੱਗ ਗਏ ਗੋਲਡੀ ਦੇ ਖਿਲਾਫ ਵੀ, ਜਗਤਾਰ ਸਿੰਘ ਜੱਗਾ ਦੇ ਖਿਲਾਫ ਵੀ। ਇਹ ਇਲੈਕਸ਼ਨ ਦੇ ਵਿੱਚ ਤੁਸੀਂ ਜਗਤਾਰ ਸਿੰਘ ਜੱਗਾ ਨੂੰ ਸਪੋਰਟ ਕਰਨ ਆ ਰਹੇ ਹੋ। 3 ਇਲੈਕਸ਼ਨਾਂ ਦੇ ਵਿੱਚ ਤੁਹਾਡਾ ਹੀ ਸਟੈਂਡ ਕਲੀਅਰ ਨਹੀਂ ਹੈ ਕਿ ਤੁਸੀਂ ਖੜੇ ਕਿੱਥੇ ਹੋ। ਹਰ ਵਾਰੀ ਤੁਸੀਂ ਤਬਦੀਲੀ ਕੀਤੀ ਹੈ, ਤੁਹਾਡੇ ਉੱਪਰ ਯਕੀਨ ਕਿੱਦਾਂ ਕਰ ਲਏ? ਕੀ ਪਤਾ ਤੁਸੀਂ ਨਾਲ ਚੱਲ ਰਹੇ ਹੋ, ਸ਼ਾਇਦ ਤੁਹਾਡਾ ਸਟੈਂਡ ਨਾ ਕਲੀਅਰ ਹੋਣ ਕਰਕੇ ਇਹਨਾਂ ਦੀ ਵੋਟਾਂ ਤੁਹਾਡੇ ਕਰਕੇ ਵੀ ਕੱਟ ਸਕਦੀਆਂ ਨੇ। ਰਾਠੌਰ ਸਾਹਿਬ ਚੱਲਦੇ ਪਏ ਨਾ, ਰਾਠੌਰ ਸਾਹਿਬ ਦੇ ਮੂੰਹ ਨੂੰ ਜਿੰਨੀਆਂ ਵੋਟਾਂ ਪੈਣੀਆਂ ਕੰਮ ਰਾਠੌਰ ਕੋਲ ਕਰਾਣੇ ਆ। ਜੇ ਬੀਬੀ ਨਹੀਂ ਨਾ ਕੰਮ ਕਰੇਗੀ, ਅਗਲੇ ਦਿਨ ਮੋਰਚਾ ਸਾਹਮਣੇ ਲੱਗ ਜਾਣਾ। ਸਾਡੇ ਨਾਲ ਹੋਰ ਵੀ ਜਿਹੜੇ ਇਲੈਕਸ਼ਨ ਦੇ ਵਿੱਚ ਸਪੋਰਟ ਕਰ ਰਹੇ ਨੇ, ਜਿਹੜੇ ਨਾਲ ਤੁਰਦੇ ਪਏ ਨੇ ਔਰ ਇਲਾਕੇ ਦੀ ਮੌਜੂਦ ਸ਼ਖਸੀਅਤ ਨੇ, ਪ੍ਰਿਥਵੀਪਾਲ ਸਿੰਘ ਪਾਲੀ ਜੀ ਮੌਜੂਦ ਨੇ। ਪਾਲੀ ਜੀ, ਕੀ ਲੱਗਦਾ ਹੈਗਾ ਇਸ ਸੀਟ ਨੂੰ ਲੈ ਕੇ? ਜਦੋਂ ਇਹ ਖਬਰ ਜਦੋਂ ਅਖਬਾਰਾਂ ਦੇ ਵਿੱਚ ਆਈ ਕਿ ਇੱਕ ਕੈਂਡੀਡੇਟ ਹੀ ਜਿਹੜਾ ਨਹੀਂ ਰਿਹਾ, ਸੋ ਨਾ ਜਿਹੜਾ ਆਪਾਂ ਕਹਿ ਲਈਏ ਤੇ ਤੁਹਾਡਾ ਵੀ ਚੱਲ ਰਿਹਾ ਸੀਗਾ ਕਿ ਸ਼ਾਇਦ ਸੀਟ ਦੀ ਦਾਅਵੇਦਾਰ ਜਿਹੜੇ ਹੈਗੇ ਪ੍ਰਿਥਵੀਪਾਲ ਸਿੰਘ ਪਾਲੀ ਵੀ ਹੋ ਸਕਦੇ ਆ, ਪਰ ਹਰਜਿੰਦਰ ਕੌਰ ਭੈਣ ਜੀ ਨੂੰ, ਜਗਤਾਰ ਸਿੰਘ ਜੱਗਾ ਦੀ ਧਰਮ ਪਤਨੀ ਨੂੰ ਟਿਕਟ ਦਿੱਤੀ ਗਈ ਆ। ਤੁਸੀਂ ਨਾਲ ਚੱਲ ਰਹੇ ਹੋ, ਕੀ ਲੱਗਦਾ ਕਿ ਕਿਤੇ ਇਦਾਂ ਦੀ ਗੱਲ ਤੇ ਨਹੀਂ ਕਿ ਕੈਂਡੀਡੇਟ ਸ਼ਾਇਦ ਮੈਂ ਹੋ ਸਕਦਾ ਸੀ? ਪਹਿਲਾਂ ਤਾਂ ਮੈਂ ਅਕਾਲ ਚੈਨਲ ਦੇ ਰਾਹੀਂ ਪੂਰੇ ਵਿਸ਼ਵ ਦੀ ਸਾਰੀ ਖਾਲਸਾ ਸਾਧ ਸੰਗਤ ਨੂੰ ਫਤਿਹ ਬੁਲਾਉਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪ੍ਰੀਤ ਵੀਰ ਜੀ ਛੋਟਾ ਵੀਰ ਹੈ ਸਾਡਾ, ਔਰ ਉਹਨਾਂ ਦੇ ਮਾਧਿਅਮ ਰਾਹੀਂ ਸੰਗਤ ਦੇ ਰੂਬਰੂ ਹੋਣ ਦਾ ਮੈਨੂੰ ਮੌਕਾ ਮਿਲਿਆ। ਹੁਣੇ ਵੀਰ ਜੀ ਨੇ ਬਹੁਤ ਸਾਰੇ ਸਵਾਲ ਕੀਤੇ ਸਾਡੀ ਭੈਣ ਜੀ ਦੇ ਨਾਲ ਕਿ ਸਿਰ ਦਾ ਸਾਈਂ ਜੇ ਸਿਰ ਤੋਂ ਚਲਾ ਜਾਏ ਤੇ ਉਹ ਬੀਬੀ ਦਾ ਕੀ ਹੁੰਦਾ ਜੇ।
ਮੈਂ ਗੁਰਪ੍ਰੀਤ ਨੂੰ ਇੱਕ ਗੱਲ ਦੱਸਣਾ ਚਾਹੁੰਦਾ ਕਿ ਆਪ ਜੀ ਦੇ ਮਾਧਿਅਮ ਰਾਹੀਂ ਔਰ ਵਿਪਕਸ਼ ਨੂੰ ਕਹਿਣਾ ਚਾਹੁੰਦਾ ਕਿ ਭੁਲੇਖੇ 'ਚ ਨਾ ਰਵੇ। ਖਾਲਸਾ ਪੰਥ ਦੀ ਰਵਾਇਤ ਹੈ, ਜੇ ਕਿਤੇ ਉਹਦਾ ਸਿਰ ਦਾ ਸਾਈਂ ਸ਼ਹੀਦੀ ਪਾ ਗਿਆ ਨਾ ਜੀ, ਉਹ ਬੱਚੇ ਉਹ ਬੱਚੀਆਂ ਆਪਣੇ ਬੱਚਿਆਂ ਦੀ ਵੀ ਸ਼ਹੀਦੀਆਂ ਪਾਉਂਦੀਆਂ ਨੇ। ਮੈਂ ਉਹਨਾਂ ਨੂੰ ਆਪ ਜੀ ਦੇ ਮਾਧਿਅਮ ਰਾਹੀਂ ਚੇਤਾਵਨੀ ਦੇਣਾ ਚਾਹੁੰਦਾ, ਸਾਡਾ ਜਿਹੜਾ ਵੀ ਸਾਹਮਣੇ ਵੀਰ ਲੜਦਾ ਪਿਆ ਉਹਨੂੰ ਸੋਝੀ ਹੋਣੀ ਚਾਹੀਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਹੈ, ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾਨ, ਕਿ ਜੇ ਬੀਬੀਆਂ ਐਸੇ ਐਸੇ ਯੋਧੇ ਸੂਰਮਿਆਂ ਨੂੰ ਜੰਮ ਸਕਦੀਆਂ ਤਾਂ ਕੀ ਸਾਡੀ ਭੈਣ ਚੋਣ ਨਹੀਂ ਲੜ ਸਕਦੀ? ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ, ਸਨ 75 ਤੋਂ ਲੈ ਕੇ ਹੁਣ ਤੱਕ ਅੱਜ ਤੱਕ ਕੋਈ ਬੀਬੀ 45 ਵਾਰਡ ਤੋਂ ਇਲੈਕਸ਼ਨ ਨਹੀਂ ਜਿੱਤ ਸਕੀ, ਔਰ ਇਸ ਵਾਰ ਗੁਰੂ ਤੇਗ ਬਹਾਦਰ ਸਾਹਿਬ ਦੀ ਕਿਰਪਾ ਸਦਕਾ ਇਹ ਬੀਬੀ ਸਾਡੀ ਇਲੈਕਸ਼ਨ ਜਿੱਤੇਗੀ, ਇੰਨੀਆਂ ਵੋਟਾਂ ਤੇ ਜਿੱਤੇਗੀ ਕਿ ਉਹ ਜਿਹੜਾ ਸਾਹਮਣੇ ਵਾਲਾ ਵਿਰੋਧੀ ਧੜਾ ਹੈ, ਬੋਲੇ ਸੋਨਿਹਾਲ, ਵਿਰੋਧੀ ਧੜਾ ਜਿਹੜਾ ਸਾਡਾ ਬਹੁਤ ਸਤਿਕਾਰਯੋਗ ਸੀਟ ਤੇ ਬੈਠਾ ਹੈ, ਲੇਕਿਨ ਸੋਚ ਬਹੁਤ ਤੰਗ ਹੈ। ITI ਦੇ ਦੌਰਾਨ ਉਹਦੇ ਤੇ ਜਦੋਂ ਪੰਜਾਬੀ ਲਿਖੀ ਗਈ, ਮੈਂ ਪੁੱਛਣਾ ਚਾਹੁੰਦਾ ਤੁਹਾਡੇ ਮਾਰਫਤ ਕਿ ਜਦੋਂ ਆਰਓ ਦੇ ਸਾਹਮਣੇ ਜੋ ਆਰਓ ਨੇ ਲਿਖਿਆ ਉਹਦੀ ਵੀਡੀਓ ਰਿਕਾਰਡਿੰਗ ਹੋ ਗਈ, ਮੇਰੇ ਵੀਰ ਨੇ ਮੇਰੀ ਅੱਖਾਂ ਦੇ ਸਾਹਮਣੇ ਜੋ ਕੁਝ ਲਿਖਣਾ, ਮੇਰਾ ਵਾਰਡ, ਮੇਰਾ ਪਰਿਵਾਰ, ਮੇਰਾ ਨਾਮ ਜਗਤਾਰ ਸਿੰਘ, ਮੈਂ ਘਰ ਦਾ ਐਡਰੈਸ ਲਿਖਿਆ, ਜਦੋਂ ਰਿਕਾਰਡਿੰਗ ਹੋ ਗਈ 100 ਨੰਬਰ ਤੇ ਕਾਲ ਕਰਦਾ, 1 ਕਾਲ 2 ਕਾਲ 3 ਕਾਲ, ਇੰਨੀ ਨੀਚਤਾ ਤੇ ਉਤਰ ਆਇਆ ਇਨਸਾਨ, ਸ਼ਰਮ ਨਹੀਂ ਆਈ ਇਹਨੂੰ। ਉਸਨੇ ਬਾਹਰ ਆਰਓ ਨੇ ਬਾਅਦ ਦੇ ਵਿੱਚ ਇਹਨਾਂ ਨੂੰ ਕਿਹਾ ਕਿ ਭਾਈ ਸਾਹਿਬ ਜੀ ਇਹ ਤੁਹਾਨੂੰ ਸ਼ੋਭਾ ਨਹੀਂ ਦਿੰਦਾ, ਔਰ 8 ਵੱਜ ਗਏ 8:30 ਵੱਜ ਗਏ, ਸਿਰਸਾ ਸਾਹਿਬ ਜੀ ਦੇ ਵੀ ਉੱਥੇ ਚੋਣ ਦੇ ਵਿੱਚ ਸਿਰਸਾ ਸਾਹਿਬ ਲਿਖ ਨਹੀਂ ਪਾਏ, ਸ਼ਾਇਦ ਤੁਹਾਨੂੰ ਵੀਰ ਜੀ ਨੂੰ ਪਤਾ ਹੋਏਗਾ, ਨਹੀਂ ਪਤਾ ਹੋਏਗਾ ਆਪ ਜੀ ਉੱਥੇ ਫੇਸਬੁੱਕ ਤੇ ਵੇਖ ਸਕਦੇ ਹੋ। 8:30 9 ਵਜੇ ਅਸੀਂ ਉੱਥੋਂ ਸਾਰੇ ਆਏ ਹਾਂ, ਅਗਲੇ ਦਿਨ ਫਿਰ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ, ਔਰ ਵੀਰ ਦਾ ਜਿਹੜਾ ਚੋਣ ਸੀਗਾ ਉਹ ਕਿਉਂ ਹੋਇਆ। ਵੀਰ ਨੇ ਦੂਜੀਆਂ ਗੱਲਾਂ ਜਿਹੜੀਆਂ ਪੁੱਛੀਆਂ ਉਹਦਾ ਮੈਂ ਇੱਕ ਇੱਕ ਕਰਕੇ ਜਵਾਬ ਦਿੰਦਾ। ਦੇਖੋ ਤੁਸੀਂ ਕਿਹਾ ਬੀਬੀ ਨੌਕਰੀ ਨਹੀਂ ਕਰਦੀ, ਨੌਕਰੀ ਕਰ ਲੈਂਦੀ, ਬੱਚੇ ਪਾਲੇਗੀ, ਚੁੱਪਚਾਪ ਬਹਿ ਜਾਂਦੀ। ਜਿਹਦੇ ਘਰ ਦੇ ਵਿੱਚ ਘਰੋਂ ਇਸ ਸੇਵਾ ਦੀ ਗੰਗੋਤਰੀ ਵਗਦੀ ਹੋਵੇ, ਜਿਹਦਾ ਸਹੁਰਾ ਸੁਰਜਨ ਸਿੰਘ ਗੁਰਦੁਆਰਾ ਜਤਾਰ ਨਗਰ, ਗੁਰਦੁਆਰਾ ਗੋਬਿੰਦਪੁਰਾ ਪ੍ਰਧਾਨਗੀਆਂ ਕੀਤੀਆਂ, ਸਕੱਤਰੀਆਂ ਕੀਤੀਆਂ, ਔਰ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਖੂਨ ਦੇ ਵਿੱਚ ਕੁੱਟ-ਕੁੱਟ ਕੇ ਰਾਗਰ ਦੇ ਵਿੱਚ ਇਹਨਾਂ ਦੀ ਸੇਵਾ ਵਸੀ ਹੋਈ ਹੈ। ਔਰ ਵੀਰ ਜਗਤਾਰ ਸਿੰਘ ਦੀ ਗੱਲ ਕਰਾਂ, ਮੇਰੀ ਉਹਦੇ ਨਾਲ ਸਾਂਝ ਅੱਜ ਤੋਂ 6 ਸਾਲ ਪੁਰਾਣੀ, ਮੈਂ ਤੁਹਾਨੂੰ ਯਾਦ ਦਿਵਾਉਣਾ ਚਾਹੁੰਦਾ, ਜਗਤਪੁਰੀ ਥਾਣੇ ਦੇ ਵਿੱਚ ਕੇਸਾਂ ਦੀ ਬੇਅਦਬੀ ਹੋਈ ਔਰ ਉੱਥੇ ਮੋਰਚਾ ਲੱਗਾ, ਤੁਸੀਂ ਵੀ ਸ਼ਾਇਦ ਆਏ ਹੋਗੇ, ਠੀਕ ਹੈ ਜੀ। ਔਰ ਉਸ ਮੋਰਚੇ ਦੇ ਵਿੱਚ ਅਸੀਂ 6 ਬੰਦੇ ਹਾਂ, 6 ਸਾਲ ਹੋ ਗਏ ਸਾਨੂੰ ਕੋਰਟਾਂ 'ਚ ਭੁਗਤਿਆਂ ਨੂੰ। ਇਹ ਮੌਜੂਦਾ ਮੈਂਬਰ ਉੱਥੇ 4 ਵਜੇ ਤੱਕ ਬੈਠਾ ਸੀ। ਮੈਂ ਉਹਨੂੰ ਪੁੱਛਣਾ ਚਾਹੁੰਦਾ, ਅਸੀਂ ਕੋਈ ਗੁਨਾਹ ਕੀਤਾ ਸੀ? ਔਰ ਦੇਖੋ ਸੁਣ ਲਓ ਤੁਸੀਂ ਸੰਗਤ ਕੋਲੋਂ, ਮੈਂ ਸਭ ਕੁਝ ਗੁਰੂ ਤੇਗ ਬਹਾਦਰ ਸਾਹਿਬ ਤੇ ਛੱਡ ਰਿਹਾ। ਇਹ ਗੁਰੂ ਤੇਗ ਬਹਾਦਰ ਸਾਹਿਬ ਨੇ ਬੱਚੀ ਦੇ ਸਿਰ ਤੇ ਹੱਥ ਰਖਵਾਇਆ। ਤੁਸੀਂ ਇਹ ਨਾ ਸੋਚਿਓ ਕਿ ਕਿਤੇ ਤਰਸ ਕਰਕੇ ਕਿਤੇ ਤੈਨੂੰ ਸੀਟ ਦਿੱਤੀ ਹੈ, ਇਹਦੀ ਤਾਂ ਇਸ ਬੱਚੀ ਦੀ ਦਾਅਵੇਦਾਰੀ ਬਣਦੀ ਸੀ। ਕਿਉਂ? ਉਸ ਬੱਚੀ ਨੇ ਜਿਹੜੀ ਕੁਰਬਾਨੀ ਦਿੱਤੀ ਹੈ, ਸਾਡੀ ਵਾਰਡ ਨੰਬਰ 45 ਦੀ ਸੰਗਤ, ਸਾਡੀਆਂ ਬੀਬੀਆਂ ਉਸ ਕੁਰਬਾਨੀ ਨੂੰ ਜਾਇਆ ਨਹੀਂ ਜਾਣ ਦੇਣਗੀਆਂ। ਗੁਰੂ ਤੇਗ ਬਹਾਦਰ ਸਾਹਿਬ ਬੈਠੇ ਨੇ, ਉਹਨਾਂ ਦੇ ਦਰ ਤੋਂ ਜਾ ਕੇ ਅਸੀਂ ਝੋਲੀ ਅੱਡੀ ਦੀ ਹੈ, ਔਰ ਉਹ ਮਹਾਰਾਜ ਅਰਸ਼ ਤੋਂ ਫਰਸ਼ 'ਚ ਕਦੋਂ ਮਿਲਾ ਦੇਣ ਉਹ ਮਾਲਕ ਨੇ। ਤੁਸੀਂ ਸਾਡੀ ਭੈਣ ਦੇ ਪ੍ਰਤੀ ਕਿੰਤੂ ਪਰੰਤੂ ਕਰਦੇ ਹੋ। ਤੁਹਾਨੂੰ ਵੀ ਕਿਸੇ ਮਾਂ ਦੇ ਕੁੱਖ 'ਚੋਂ ਪੈਦਾ ਹੋਏ ਹੋ, ਥੋੜੀ ਬਹੁਤ ਸ਼ਰਮ ਕਰੋ ਤੁਸੀਂ। ਔਰ ਦੂਸਰੀ ਗੱਲ, ਜੇ ਇੰਨੀ ਤੈਨੂੰ ਤਕਲੀਫ ਸੀ ਤਾਂ ਆਪਣੀ ਜਨਾਨੀ ਨੂੰ ਇਲੈਕਸ਼ਨ ਲੜਾ ਲੈਂਦਾ, ਬੀਬੀ ਦਾ ਅੱਗੇ ਬੀਬੀ ਲੜਾ ਲੈਂਦਾ। ਲੇਕਿਨ ਚੋਣ ਪ੍ਰਚਾਰ ਹੈ, ਗੁਰੂ ਕੀ ਸਾਧ ਸੰਗਤ, ਅਸੀਂ ਕਦੇ ਵੀ ਕਿਸੇ ਦੀ ਨਾ ਮੰਦਾ ਕਹਾਂਗੇ ਨਾ ਮੰਦਾ ਕਿਹਾ ਹੈ। ਮੈਂ ਗੁਰਪ੍ਰੀਤ ਨੂੰ ਇੱਕ ਗੱਲ ਦੱਸਣਾ ਚਾਹੁੰਦਾ, ਸਨ 95 ਤੋਂ ਇਲੈਕਸ਼ਨ ਲੜਵਾਉਂਦਾ ਆਇਆ ਮੈਂ। 95 ਦੇ ਵਿੱਚ ਅੱਜ ਮੇਰੀ 56 ਸਾਲ ਉਮਰ ਹੈ। ਸਭ ਤੋਂ ਪਹਿਲਾ ਇਲੈਕਸ਼ਨ ਗੱਤਕਾ ਮਾਸੋਂ ਲੜਾਇਆ ਮੈਂ, ਔਰ ਸਾਰੀ ਸੰਗਤ, ਸਾਰੇ ਨੌਜਵਾਨ ਵੀਰਾਂ ਨੇ, ਠੀਕ ਹੈ ਜੀ, ਚੜ੍ਹਦੇ ਸੂਰਜ ਤੋਂ। ਔਰ ਉਸ ਤੋਂ ਬਾਅਦ 4 ਇਲੈਕਸ਼ਨ ਉਹਨੂੰ ਲੜਾਏ ਗੱਤਕਾ ਮਾਸਟਰ ਨੂੰ। 5ਵਾਂ ਇਲੈਕਸ਼ਨ ਪੁੱਛੋ ਤੈਨੂੰ ਜਾ ਕੇ ਕਿਨ ਜਿਤਾਇਆ ਇਲੈਕਸ਼ਨ ਇਹਨੂੰ। ਇਹ ਸਾਰੇ ਸੂਰਮੇ ਦੇ ਨਾਲ ਜੁੜੇ ਤਾਂ ਅਸੀਂ ਇਲੈਕਸ਼ਨ ਜਿੱਤਿਆ ਸੀ।
ਵਰਨਾ ਸਾਰੀ ਉਮਰ ਲੱਗਾ ਰਹਿੰਦਾ, ਇਲੈਕਸ਼ਨ ਨਹੀਂ ਜਿੱਤ ਸਕਦਾ। ਤੁਹਾਡੇ ਨਾਲ ਗੱਲ ਕਰੀਏ, ਪਿਛਲੇ ਇਲੈਕਸ਼ਨ ਦੇ ਵਿੱਚ ਤੁਸੀਂ ਆਪ ਵੀ ਐਸੇ ਸੀਟ ਤੋਂ ਕੈਂਡੀਡੇਟ ਸੀਗੇ, ਜਗਤਾਰ ਸਿੰਘ ਜੱਗਾ ਦੇ ਖਿਲਾਫ ਹੀ ਤੁਸੀਂ ਲੜ ਰਹੇ ਸੀਗੇ। ਜਿਹੜੀ ਪਾਰਟੀ ਤੋਂ ਲੜ ਰਹੇ ਸੀਗੇ, ਅਕਾਲ ਸਾਹਿਬ ਵੈਲਫੇਅਰ ਸੁਸਾਇਟੀ, ਜਥੇਦਾਰ ਰਣਜੀਤ ਸਿੰਘ ਜੀ ਦੀ ਪਾਰਟੀ ਤੋਂ ਤੁਸੀਂ ਲੜ ਰਹੇ ਸੀਗੇ। ਭਾਵੇਂ ਐਤਕੀ ਸਰਨਾ ਧੜੇ ਦਾ ਔਰ ਜਥੇਦਾਰ ਸਾਹਿਬ ਦਾ ਆਪਸੀ ਸਮਝੌਤਾ ਹੋ ਗਿਆ, ਅਲਾਈਅੰਸ ਹੋ ਗਿਆ, ਪਰ ਪਿਛਲੀ ਵਾਰੀ ਤੁਸੀਂ ਉਹਨਾਂ ਦੇ ਨਾਲ ਹੀ ਕੈਂਡੀਡੇਟ ਸੀਗੇ। ਮੇਰਾ ਸਵਾਲ ਇਹੀ ਹੈ ਕਿ ਦਾਅਵੇਦਾਰ ਹੈ ਸੀਟ ਦੇ ਤੁਸੀਂ ਵੀ ਹੋ ਸਕਦੇ ਸੀ, ਜਗਤਾਰ ਸਿੰਘ ਜੱਗਾ ਦਾ ਨਾਂ ਤੁਹਾਡਾ ਕਿਤੇ ਚੱਲ ਰਿਹਾ ਸੀਗਾ, ਕਿਤੇ ਆਪਸ ਦੇ ਵਿੱਚ, ਕਿਤੇ ਇਲੈਕਸ਼ਨ ਕੈਂਪੇਨ ਦੇ ਵਿੱਚ ਲੜਦੇ ਲੜਦੇ ਇਹ ਸਵਾਲ ਮਨ ਦੇ ਵਿੱਚ ਆਏ ਤਾਂ ਹੋਣੇ ਆ ਨਾ। ਵੀਰ ਜੀ, ਮੈਂ ਪਹਿਲਾਂ ਤੁਹਾਨੂੰ ਅਕਾਲ ਸਾਹਿਬ ਵੈਲਫੇਅਰ ਸੁਸਾਇਟੀ ਦੀ ਗੱਲ ਕਰਾਂ। ਜਥੇਦਾਰ ਸਾਬਕਾ ਜੋ ਰਣਜੀਤ ਸਿੰਘ ਜੀ ਨੇ, ਉਹ ਮੇਰੇ ਗੁਰੂ ਭਾਈ ਵੀ ਨੇ। ਸਾਡਾ ਬਚਪਨ ਉਹਨਾਂ ਦੇ ਹੱਥੀਂ ਖੇਡਿਆ ਗਿਆ, ਅਖਾੜੇ 'ਚ ਖੇਡਦੇ ਹੁੰਦੇ ਸੀ, ਉਹ ਸਾਡੇ ਸੀਨੀਅਰ ਹੁੰਦੇ ਸੀ ਇਸੇ ਇਲਾਕੇ 'ਚ। ਇਹ ਮੈਂ ਦੱਸਣਾ ਚਾਹੁੰਦਾ ਸੰਗਤ ਨੂੰ, ਪੂਰੇ ਵਿਸ਼ਵ ਦੀ ਨੂੰ, 45 ਨੰਬਰ ਵਾਰਡ ਇਹ ਉਹਨਾਂ ਦੀ ਜਨਮ ਸਥਲੀ ਹੈ, ਸਾਊਥ ਅਨਾਰਕਲੀ। ਜਥੇਦਾਰ ਰਣਜੀਤ ਸਿੰਘ ਜੀ ਦੀ, ਬਾਬਾ ਦੀਪ ਸਿੰਘ ਰਣਜੀਤ ਖਾੜੇ ਦੇ ਅੰਦਰ ਜੋ ਮੱਲਾਂ ਉਹਨਾਂ ਨੇ ਮਾਰੀਆਂ, ਗੱਤਕਾ ਮਾਸਟਰ ਜੀ ਅੱਜ ਉਹਦਾ ਇੰਜੋਏ ਕਰਦੇ ਪਏ ਨੇ। ਅੱਜ ਤੱਕ 85 ਸਾਲ ਉਮਰ ਹੋ ਗਈ ਗੱਤਕਾ ਮਾਸਟਰ ਜੀ ਦੀ, ਔਰ ਉਹ ਬੱਚਿਆਂ ਨੇ ਜੋ ਮੱਲਾਂ ਮਾਰੀਆਂ ਉਹਨੂੰ ਇੰਜੋਏ ਕਰਦੇ ਪਏ ਨੇ। ਔਰ ਉਹਨਾਂ ਨੂੰ ਮਾਣ ਹੋਣਾ ਚਾਹੀਦਾ ਹੈ ਕਿ ਉਹਨਾਂ ਦਾ ਇੱਕ ਸ਼ਾਗਿਰਦ ਅਕਾਲ ਤਖਤ ਦਾ ਜਥੇਦਾਰ ਬਣਿਆ। ਔਰ ਪਿਛਲੀ ਵਾਰ ਜਦੋਂ ਉਹਨਾਂ ਨੇ ਦਾਸ ਦੀ ਡਿਊਟੀ ਲਾਈ, ਪਹਿਲਾਂ ਅਸੀਂ ਬਾਡੀ ਰਜਿਸਟਰ ਕਰਾਈ, ਉਹਨਾਂ ਨੇ ਪਹਿਲੇ ਦਿਨ ਐਲਾਨ ਕਰਤਾ ਸੀ 45 ਨੰਬਰ ਵਾਰਡ ਤੋਂ ਬੇਟੇ ਤੂੰ ਲੜੇਗਾ। ਮੈਂ ਕਿਹਾ ਜੀ ਸਤ ਵਚਨ। ਔਰ ਪਾਰਟੀ ਨੇ ਜਿੰਨਾ ਮੈਨੂੰ ਮਾਣ ਸਤਿਕਾਰ ਦਿੱਤਾ, ਅਸੀਂ ਚੋਣ ਲੜੀ। ਔਰ ਮੈਂ ਤਾਂ ਜਗਤਾਰ ਵੀਰ, ਅਸੀਂ ਹਰ ਮਹੀਨੇ 2 ਮਹੀਨੇ ਬਾਅਦ ਜਿਹੜੀ ਸਾਡੀ ਡੇਟ ਪੈਂਦੀ ਸੀ, ਅਸੀਂ ਇਕੱਠੇ ਹੁੰਦੇ ਸੀ, ਉੱਥੇ ਸਾਂਝ ਪੈਂਦੀ ਸੀ ਸਾਡੀ। ਲੇਕਿਨ ਇਸ ਤਰ੍ਹਾਂ ਹੁੰਦਾ ਕਿ ਜਿਹੜਾ ਬੰਦਾ ਸਾਂਝ ਪੈਂਦੀ ਸੀ ਤਾਂ ਉਦੋਂ ਫਿਰ ਵੱਖ-ਵੱਖ ਪਾਰਟੀਆਂ ਤੋਂ ਇਲੈਕਸ਼ਨ ਕੇ ਲੜੇ ਸੀਗੇ। ਅੱਜ ਇਕੱਠੇ ਆ, ਚੰਗੀ ਗੱਲ ਆ, ਅੱਜ ਇਕੱਠੇ ਆ, ਪਰ ਉਦੋਂ ਵੱਖ-ਵੱਖ ਹੀ ਹੋਏ ਸੀ। ਜੇ ਸਾਂਝ ਹੈਗੀ ਸੀ ਤਾਂ ਕੀ ਪਤਾ ਸ਼ਾਇਦ ਜੋ ਵੋਟਾਂ ਤੁਹਾਨੂੰ ਪਈਆਂ ਜੇ ਨਾਲ ਜੁੜ ਜਾਂਦੀ ਹੈ, ਜਗਤਾਰ ਸਿੰਘ ਜੱਗਾ ਜਿੱਤ ਵੀ ਸਕਦਾ। ਇਹ ਵੀ ਤੁਹਾਨੂੰ ਕਲੀਅਰ ਕਰ ਦਿਆਂ। ਦੇਖੋ, ਜੇਤੂ ਮੈਂਬਰ ਨੂੰ ਮੈਨੂੰ ਲੱਗਦਾ 13,500-1400 ਵੋਟ ਪਈ ਸੀ ਪਿਛਲੀ ਵਾਰ, 4200 ਵੋਟ ਸੀ ਕੁੱਲ। 960 ਦੇ ਆਸ-ਪਾਸ ਮੇਰੇ ਕੋਲ ਜੱਗੇ ਨੂੰ ਪਈਆਂ, 750 ਗੱਤਕਾ ਮਾਸਟਰ ਨੂੰ, 460 ਦਾਸ ਨੂੰ, ਔਰ 300 ਕੁਝ ਵੋਟਾਂ ਆਪਣਾ ਲੈਂਪ ਵਾਲੇ ਵੀਰ ਨੂੰ। ਠੀਕ ਹੈ, ਇਹ ਸਾਰੀਆਂ ਜੋੜ ਲਓ ਤੁਸੀਂ। ਮੈਂਬਰ ਤਾਂ ਸਾਡਾ ਕਿਤੇ ਲਾਗੇ ਦਿਖਾਈ ਨਹੀਂ ਦਿੰਦਾ। ਅੱਜ ਉਹਨੂੰ ਕਿਉਂ ਉਹਨੂੰ ਦਰਦ ਹੋ ਰਿਹਾ? ਉਹਨੂੰ ਇਹ ਲੱਗ ਰਿਹਾ ਕਿ ਇਹ ਜਿਹੜੀਆਂ ਵੋਟਾਂ ਟੁੱਟੀਆਂ ਸਨ, ਇਹ ਸਾਰੀਆਂ ਅੱਜ ਕਲੱਬ ਹੋ ਗਈਆਂ। ਮੈਂ ਗੁਰਚਰਨ ਸਿੰਘ ਗੱਤਕਾ ਮਾਸਟਰ ਜੀ ਦੀ ਗੱਲ ਕਰਾਂ, ਉਹਨਾਂ ਨੇ ਪਹਿਲੇ ਦਿਨ ਇੱਥੇ ਸਾਊਥ ਅਨਾਰਕਲੀ 'ਚ ਭਰਮਾ ਸਵਾਗਤ ਕੀਤਾ ਉਹਨਾਂ ਦਾ। ਮੈਨੂੰ ਲੱਗਦਾ ਜ਼ਿੰਦਗੀ 'ਚ ਉਹਨਾਂ ਨੂੰ ਇੰਨੇ ਸਰੋਪੀ ਨਹੀਂ ਪਏ ਹੋਣੇ ਜਿੰਨੇ ਸਾਊਥ ਅਨਾਰਕਲੀ ਦੀ ਸਾਰੀ ਸੰਗਤ ਨੇ ਪਾਏ। ਉਹਨਾਂ ਨੇ ਬੱਚੇ ਨੂੰ ਆਸ਼ੀਰਵਾਦ ਦਿੱਤਾ ਇੱਥੇ ਆ ਕੇ। ਔਰ ਉਸ ਤੋਂ ਬਾਅਦ ਬੱਚੀ ਨੂੰ ਜਦੋਂ ਟਿਕਟ ਦਿੱਤੀ ਗਈ ਹੈ, ਬੱਚੀ ਘਰ ਗਈ ਹੈ, ਉਹਨਾਂ ਦੇ ਪੋਸਟਰ ਤੇ ਤੁਸੀਂ ਦੇਖ ਸਕਦੇ ਹੋ। ਔਰ ਬੱਚੀ ਨੂੰ ਘਰ ਬੁਲਾ ਕੇ ਉਹਨਾਂ ਨੇ ਆਸ਼ੀਰਵਾਦ ਦਿੱਤਾ ਹੈ, ਮਾਤਾ ਜੀ ਨੇ ਵੀ ਔਰ ਉਹਨਾਂ ਨੇ ਵੀ, ਉਹ ਵੀ ਨਾਲ ਚੱਲਦੇ ਪਏ ਨੇ, ਦਾਸ ਨਾਲ ਚੱਲਦਾ ਪਿਆ। ਔਰ ਗੁਰੂ ਕੀ ਸਾਧ ਸੰਗਤ, ਸਾਨੂੰ ਸਾਰਿਆਂ ਨੂੰ ਛੱਡ ਦਿਓ, ਅਕਾਲ ਪੁਰਖ ਸਾਡੇ ਨਾਲ ਹੈ। ਅਕਾਲ ਪੁਰਖ ਸਾਡੇ ਨਾਲ ਹੈ, ਕਿਉਂਕਿ ਜਿਹੜਾ ਸਾਡਾ ਵੀਰ ਸੀ, ਇੱਕ ਗੱਲ ਮੈਂ ਕਹਿ ਦਿਆਂਗਾ, ਜਗਤਾਰ ਸਿੰਘ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ। ਉਹ ਵੀਰ ਜੋ ਕਰ ਗਿਆ ਨਾ ਜੀ, ਗੱਲਾਂ ਕਰਨੀਆਂ ਬੜੀਆਂ ਸੌਖੀਆਂ ਵੀਰ। 6 ਸਾਲ ਅਸੀਂ ਭੁਗਤ ਰਹੇ ਹਾਂ। ਮੈਂਬਰ ਵੀ ਤਾਂ ਉੱਥੇ ਸੀ, ਮੈਂਬਰ ਵੀ ਤਾਂ ਉਹਨੂੰ ਕੈਚ ਕਰ ਸਕਦਾ ਸੀ, ਲੇਕਿਨ ਕਿਉਂ ਨਹੀਂ ਸਾਹਮਣੇ ਆਇਆ? ਔਰ ਉਸ ਤੋਂ ਬਾਅਦ ਬਾਦਲ ਗਰੁੱਪ ਨੇ ਸਾਡਾ ਸਾਥ ਨਹੀਂ ਦਿੱਤਾ। ਅੱਜ ਸਿਰਸਾ ਸਾਹਿਬ ਛਾਤੀ 'ਤੇ ਹੱਥ ਮਾਰ ਕੇ ਕਹਿੰਦੇ ਮੈਂ ਕਿਸਾਨਾਂ ਦਾ ਜਾ ਕੇ ਮੈਂ ਜ਼ਮਾਨਤਾਂ ਕਰਾਈਆਂ। ਇੱਕ ਗੱਲ ਸੁਣ ਲਓ, ਤੁਹਾਡੇ ਚੈਨਲ ਮਾਰਮ ਬੋਲ ਰਿਹਾ, ਮੈਂਬਰ ਵੀ ਸੁਣ ਲੈ, ਸਾਡਾ ਸਿਟਿੰਗ ਮੈਂਬਰ। ਵੀਰ ਜੀ, ਜਦੋਂ ਕਿਤੇ ਝਗੜਾ ਹੁੰਦਾ ਹੈ, ਕੁਝ ਵੀ ਹੁੰਦਾ ਹੈ, ਉਹਦੇ 'ਤੇ ਪਰਚਾ ਦਰਜ ਹੁੰਦਾ। ਠੀਕ ਹੈ ਜੀ, ਜਦੋਂ ਪਰਚਾ ਦਰਜ ਹੁੰਦਾ ਨਾ ਜੀ, ਉਹਦੀ ਉਸ ਵੀਰਾਂ ਦੀ ਜ਼ਮਾਨਤ ਵੀ ਹੁੰਦੀ ਹੈ। ਔਰ ਇੰਨੇ ਵੀਰਾਂ ਦੀ ਜ਼ਮਾਨਤ ਹੋਈ ਹੈ। ਠੀਕ ਹੈ ਜੀ, ਔਰ 3 ਪ੍ਰੈਸ ਕਾਨਫਰੰਸਾਂ ਕੀਤੀਆਂ ਕਿਸਾਨਾਂ ਨੇ, ਔਰ ਉਹਨਾਂ ਨੇ ਹਦਾਇਤ ਦਿੱਤੀ ਹੈ ਮੌਜੂਦਾ ਪ੍ਰਧਾਨ ਸਿਰਸਾ ਜੀ ਨੂੰ, ਖਬਰਦਾਰ ਅਗਰ ਤੁਸੀਂ ਇਹਨਾਂ ਦਾ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕਰੋਗੇ, ਸਾਰਾ ਪੈਸਾ ਸਾਡੀ ਟੀਮ ਲਾ ਰਹੀ ਹੈ, ਸਾਰਾ ਕੁਝ ਸਾਡੀ ਟੀਮ ਕਰਦੀ ਹੈ। ਹੋ ਕੀ ਰਿਹਾ? ਤਿਹਾੜ ਜੇਲ੍ਹ ਤੋਂ ਖਾਲਸਾ ਜੀ ਬਾਹਰ ਆਉਂਦੇ ਨੇ, ਸਾਰੀ ਟੀਮ ਲੈ ਕੇ ਅੱਗੇ, ਦੇ ਸਰੋਪੇ ਤੇ ਸਰੋਪਾ, ਦੇ ਸਰੋਪੇ ਤੇ ਸਰੋਪਾ। ਕਮਾਲ ਹੋ ਗਈ ਹੈ, ਪੈਸਾ ਉਹ ਲਾ ਰਹੇ ਨੇ। ਅੱਛਾ, ਮੈਂ ਸਿਰਸਾ ਜੀ ਨੂੰ ਸਲਾਮ ਕਰਾਂ, ਜੇ ਕਿਤੇ ਦਿੱਲੀ ਸਰਕਾਰ ਨਾਲ, ਸੈਂਟਰ ਸਰਕਾਰ ਨਾਲ ਮਿਲ ਕੇ ਸਾਰੇ ਬੱਚਿਆਂ ਦੇ ਕੇਸ ਮਾਫ ਕਰਾ ਦਿਓ। ਕੰਮ ਕਰਾਉਣ ਵਾਲਾ ਕਰੋ ਨਾ, ਜ਼ਮਾਨਤਾਂ ਤਾਂ ਬੱਚਿਆਂ ਦੀ ਹੋਣੀਆਂ ਹੀ ਹੈ।
ਉਹ ਇੱਕ ਨਹੀਂ 2 ਮਹੀਨੇ ਬਾਅਦ 3 ਮਹੀਨੇ ਬਾਅਦ ਫਿਰ ਬੱਚਿਆਂ ਨੂੰ ਉਹ ਆਪਣੇ ਖਰਚੇ ਤੇ 에ਅਰ ਦੀਆਂ ਟਿਕਟਾਂ ਬੁੱਕ ਕਰਾਉਂਦੇ ਨੇ 25 30 ਬੰਦੇ ਉਹਨੂੰ ਦਰਬਾਰ ਸਾਹਿਬ ਲਿਜਾਉਂਦੇ ਨੇ ਉੱਥੋਂ ਜਾ ਕੇ ਪਿੰਡ ਲਿਜਾਉਂਦੇ ਨੇ ਜਲੂਸ ਕੱਢਦੇ ਨੇ। ਉਹ ਨੌਵੇਂ ਪਾਤਸ਼ਾਹ ਦੀ ਤੁਸੀਂ ਗੁਲਕ ਦਾ ਕਿਉਂ ਘਾਣ ਕਰਦੇ ਹੋ? ਉੱਥੇ ਜਾ ਕੇ ਅਸੀਂ 10-10 ਰੁਪਏ ਮੱਥਾ ਟੇਕਦੇ ਹਾਂ, ਅਰਦਾਸਾਂ ਕਰਦੇ ਹਾਂ, ਆਪਣੇ ਦੁੱਖੜੇ ਰੋਂਦੇ ਹਾਂ, ਕਰੋੜਾਂ ਰੁਪਏ ਇਕੱਠੇ ਹੁੰਦੇ ਨੇ। ਕੋਈ ਜਵਾਬ ਹੈ ਕਿਸੇ ਦੇ ਕੋਲ? ਜਦੋਂ ਕੋਈ ਜਵਾਬ ਕਰੋ, ਅੱਜ ਮੀਡੀਆ ਸਾਰਾ ਖਰੀਦਿਆ ਹੋਇਆ ਹੈ। ਅੱਜ ਗੱਲ ਕੁਛ ਹੋਰ, ਕੱਲ ਗੱਲ ਕੁਛ ਹੋਰ, ਪਰਸੋਂ ਗੱਲ ਕੁਛ ਹੋਰ। ਮੈਂ ਬਾਲਾ ਸਾਹਿਬ ਹਸਪੀਟਲ ਦੀ ਗੱਲ ਕਰਾਂ, 500 ਬੈੱਡ ਦਾ ਹਸਪੀਟਲ ਜਦੋਂ ਬਣਿਆ ਤੇ ਇਹਨਾਂ ਸਾਰਿਆਂ ਦੇ ਦਿਮਾਗ ਦੇ ਉੱਤੇ ਟੈਨਸ਼ਨ ਹੋ ਗਈ ਔਰ ਇਹਨਾਂ ਨੇ ਉਹ ਹਸਪੀਟਲ ਰੋਕ ਦਿੱਤਾ। ਸਰਨਾ ਸਾਹਿਬ ਤੇ ਇਲਜ਼ਾਮ ਕੀ ਲਾਉਂਦੇ ਆ? 300 ਕਰੋੜ ਰੁਪਏ ਖਾ ਗਿਆ BL ਹਸਪੀਟਲ ਵਾਲੇ ਨਾਲ, ਸ਼ਾਇਦ ਤੁਹਾਨੂੰ ਯਾਦ ਹੋਏਗਾ। 13 ਕਰੋੜ ਨਹੀਂ 300 ਕਰੋੜ ਦਾ ਕਹਿੰਦੇ ਜੀ ਇਹਨਾਂ ਨੇ ਉਹਦੇ ਨਾਲ MOU ਸਾਈਨ ਕੀਤਾ ਹੈ, ਲੈਣ ਦੇਣ 32 ਕਰੋੜ 50 ਲੱਖ ਰੁਪਏ ਲਗਾਇਆ ਮਨੀਪਾਲ ਵਾਲੇ ਨੇ, ਜਿਹੜੀ ਅੱਜ ਬਿਲਡਿੰਗ ਖੰਡਰ ਪਈ ਹੈ। ਠੀਕ ਹੈ। ਔਰ ਅੱਜ ਤੱਕ 8 ਸਾਲ ਤਾਂ 6 ਸਾਲ ਮਨਜੀਤ ਸਿੰਘ ਜੀ ਕੇ ਰਿਹਾ, 2 ਸਾਲ ਇਹ ਰਹੇ ਨੇ। ਮੈਂ ਪੁੱਛਣਾ ਚਾਹੁੰਦਾ ਆਪਣੇ ਮੈਂਬਰ ਨੂੰ ਵੀ, ਦੋਨੋਂ ਵੀ, ਤੁਸੀਂ ਇੱਕ ਸਿੰਗਲ ਪਰਚਾ ਨਹੀਂ ਦਿਖਾ ਸਕੇ, ਇੱਕ ਸਿੰਗਲ ਚਾਰਜ ਨਹੀਂ ਸਰਨਾ ਸਾਹਿਬ ਤੇ ਦੱਸ ਸਕੇ ਕਿ ਕਿਤੇ ਇਹਨਾਂ ਨੇ ਮਾਇਆ ਖਾਧੀ ਹੈ। ਇਸ ਤੋਂ ਵੱਡੀ ਸ਼ਰਮ ਵਾਲੀ ਗੱਲ ਪੂਰੀ ਕਮੇਟੀ ਵਾਸਤੇ ਨਹੀਂ ਹੈ। ਔਰ ਗੁਰੂ ਕੀ ਸਾਧ ਸੰਗਤ, ਮੈਂ ਕਹਿੰਦਾ ਕਿ ਤੁਸੀਂ ਗੱਲ ਜਿਹੜੇ ਬਚਨ ਕਰਦੇ ਹੋ, ਹੁਣੇ ਤੁਸੀਂ ਕਸ਼ਮੀਰ ਦੀ ਬੱਚੀਆਂ ਦੀ ਗੱਲ ਕੀਤੀ ਹੈ। 2 ਦਿਨ ਸਿਰਸਾ ਸਾਹਿਬ ਜਾ ਕੇ ਰਾਜਨੀਤੀ ਕਰਦੇ ਰਹੇ, ਸੜਕਾਂ ਤੇ ਬਹਿਣਾ, ਧਰਨੇ ਲਾਉਣੇ, ਹੋਰ ਊਟ ਪਟਾਂਗ ਗੱਲਾਂ। ਸਰਨਾ ਸਾਹਿਬ ਇੱਥੋਂ ਗਏ ਨੇ, ਸਾਡੀ ਟੀਮ ਦੇ 2 ਵੀਰ ਨਾਲ ਸੀ ਯੂਥ ਦੇ। ਉੱਥੇ ਜਾ ਕੇ ਜਿੱਦਾਂ ਹੀ ਫਲਾਈਟ ਤੋਂ ਉਤਰੇ ਨੇ, ਸਭ ਤੋਂ ਪਹਿਲਾਂ ਉੱਥੇ ਉਹ ਰਾਜਪਾਲ ਨਾਲ ਮਿਲੇ ਨੇ, ਉਸ ਤੋਂ ਬਾਅਦ ਸਿੱਧਾ ਬੱਚੀ ਦੇ ਪਰਿਵਾਰ ਘਰ ਗਏ ਨੇ। ਉਸ ਬੱਚੀ ਨੂੰ ਬਿਠਾਇਆ, ਕਾਉਂਸਲਿੰਗ ਕੀਤੀ ਹੈ। ਤੁਸੀਂ ਨੋਟ ਕੀਤਾ ਹੋਏਗਾ, ਸਿਰ ਤੇ ਹੱਥ ਰੱਖਿਆ ਉਸ ਬੱਚੀ ਦੇ, ਚੌਪਾਈ ਸਾਹਿਬ ਦਾ ਪਾਠ ਚੱਲਦਾ ਪਿਆ। ਮੈਂ ਇੱਕ ਤੁਹਾਨੂੰ ਚੈਨਲ ਰਾਹੀਂ ਗੱਲ ਦੱਸ ਦਿਆਂ, ਸਰਨਾ ਸਾਹਿਬ ਗੁਰੂ ਘਰ ਨਾਲ ਜੁੜੇ ਹੋਏ ਨੇ ਔਰ ਉਹਨਾਂ ਦੇ ਘਰ ਦੇ ਵਿੱਚ ਬਾਣੀ ਦਾ ਪ੍ਰਵਾਹ ਹੈ। ਗੁਰੂ ਮਹਾਰਾਜ ਆਪ ਤਖਤ ਤੇ ਵਿਰਾਜਮਾਨ ਨੇ। ਸਵੇਰੇ ਨਿਤਨੇਮ ਕੀਤਾ ਜਾਂਦਾ ਹੈ, ਮਹਾਰਾਜ ਕੋਲੋਂ ਆਸ਼ੀਰਵਾਦ ਲਿੱਤਾ ਜਾਂਦਾ ਹੈ। ਔਰ ਗੁਰੂ ਕੀ ਸਾਧ ਸੰਗਤ ਹੁਣ ਕਹਿੰਦੇ ਜੀ ਸਰਨਾ ਜੀ ਨੇ ਹਸਪੀਟਲ ਰੁਕਾਤਾ, ਉਹ ਰੁਕਾਤਾ। ਮੈਂ ਗੁਰਪ੍ਰੀਤ ਵੀਰ ਜੀ ਕੋਲੋਂ ਪੁੱਛਣਾ ਚਾਹੁੰਦਾ, ਇੱਕ ਮੂਰਖ ਤੋਂ ਮੂਰਖ ਬੰਦਾ ਜਿਹੜਾ ਕੋਈ ਇਲੈਕਸ਼ਨ ਲੜਦਾ ਹੋਵੇ, ਸਾਰੀ ਸੰਗਤ ਜਾਣਦੀ ਹੈ ਆਚਾਰ ਸੰਹਿਤਾ ਲੱਗ ਜਾਂਦੀ ਹੈ। ਠੀਕ ਹੈ ਜੀ। ਇਹ ਆਚਾਰ ਸੰਹਿਤਾ ਜਦੋਂ ਲੱਗ ਜਾਂਦੀ ਹੈ, ਅਸੀਂ ਕੋਈ ਪ੍ਰਚਾਰ ਨਹੀਂ ਕਰ ਸਕਦੇ, ਅਸੀਂ ਕੋਈ ਲੁਭਾਵਣੇ ਵਾਅਦੇ ਨਹੀਂ ਕਰ ਸਕਦੇ, ਅਸੀਂ ਕੋਈ ਮਾਇਆ ਦੀ ਗੱਲ ਨਹੀਂ ਕਰ ਸਕਦੇ। ਤੇ ਮੈਂ ਆਪਣੇ ਮੈਂਬਰ ਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ ਆਪਣੇ ਪ੍ਰਧਾਨ ਨੂੰ ਰੋਕ ਨਹੀਂ ਸਕਦੇ ਕਿ ਇਹ ਤੁਸੀਂ ਕੰਮ ਕਿਉਂ ਕਰਦੇ ਪਏ ਹੋ? ਔਰ ਫਿਰ ਤੁਸੀਂ ਕਹਿੰਦੇ ਤੁਹਾਡੇ ਹਾਈ ਕੋਰਟ ਬਣੇ, ਸਟੇ ਲਗਾਤਾ ਔਰ ਮਹਾਂਪੁਰਖਾਂ ਦੀ ਆੜ ਲੈ ਕੇ ਔਰ ਤੁਸੀਂ ਇਹ ਸਾਰੀ ਗੇਮ ਖੇਡਦੇ ਪਏ ਹੋ। ਔਰ ਮੈਂ ਉਹਨਾਂ ਨੂੰ ਬੇਨਤੀ ਕਰਦਾ, ਇਲੈਕਸ਼ਨ ਲੜਨਾ ਹੈ। ਤੁਸੀਂ 8 ਸਾਲ ਪ੍ਰਧਾਨਗੀ ਕੀਤੀ ਆ, 6 ਸਾਲ ਮਨਜੀਤ ਸਿੰਘ ਜੀ ਕੇ ਪ੍ਰਧਾਨ ਰਿਹਾ, ਜਨਰਲ ਸਕੱਤਰ ਸਿਰਸਾ। ਮੈਂ ਗੁਰਬੀਰ ਜੀ ਨੂੰ ਪੁੱਛਣਾ ਚਾਹੁੰਦਾ, ਵੀਰ ਤੁਸੀਂ ਪੂਰੇ ਇੰਟਰਵਿਊ ਲੈਂਦੇ ਹੋ ਸਾਰੇ ਰਾਜਨੀਤੀਆਂ ਦੀ, ਕੋਈ ਐਸੀ ਸੰਸਥਾ ਦਿਖਾ ਦਿਓ ਮੈਨੂੰ, ਇੱਕ ਸੰਸਥਾ ਪ੍ਰਧਾਨ ਸਕੱਤਰ ਦੇ ਸਾਈਨ ਤੋਂ ਬਗੈਰ ਕਿਤੇ ਪੈਸਾ ਨਿਕਲ ਸਕਦਾ। ਅੱਜ ਤੁਸੀਂ ਮਨਜੀਤ ਸਿੰਘ ਨੂੰ ਕਹਿੰਦੇ ਗੋਲਕ ਚੋਰ ਹੈ, ਤੇ ਜੇ ਉਹ ਗੋਲਕ ਦਾ ਚੋਰ ਹੈ ਤਾਂ 50% ਸਿਰਸਾ ਵੀ ਚੋਰ ਹੈ। ਔਰ ਉਹ ਵੀਰ ਜਦੋਂ ਕਿਤੇ ਫੌਰਨ ਜਾਂਦਾ ਹੈ, ਉੱਥੇ ਉਹਦੀ ਪੱਗ ਲਵਾਤੀ ਜਾਂਦੀ ਹੈ, ਉਹਨੂੰ ਮਾਰਨ ਦਾ ਯਤਨ ਕੀਤਾ ਜਾਂਦਾ ਹੈ। ਇਹ ਬਾਦਲ ਸਰਕਾਰ ਦੀ ਕਿਹੋ ਜਿਹੀ ਨੀਤੀ ਹੈ? 6 ਸਾਲ ਉਹਨੂੰ ਵਰਤ ਲਿਆ, ਵਰਤ ਕੇ ਬਾਹਰ ਸੁੱਟਤਾ। ਅਰੇ ਉਹ ਮੁੰਡੇ ਦਾ ਤਾਂ ਮਨਜੀਤ ਸਿੰਘ ਜੀਕੇ ਦਾ ਪਿਛੋਕੜ ਹੈ, 70 ਸਾਲ ਦਾ ਉਹਦੇ ਬਾਪ ਦਾ ਇਤਿਹਾਸ ਹੈ। ਜਥੇਦਾਰ ਸੰਤੋਖ ਸਿੰਘ ਜੀ ਦਾ ਉਹਨ ਮੱਲਾਂ ਮਾਰੀਆਂ ਹੋਈਆਂ, ਤੁਸੀਂ ਉਹਨੂੰ ਜ਼ੀਰੋ ਨਹੀਂ ਕਰ ਸਕਦੇ। ਔਰ ਯਾਦ ਰੱਖਣਾ, ਤੁਸੀਂ ਕਹਿੰਦੇ ਨਾ 2 ਸਾਲ ਬੇਮਿਸਾਲ, ਤਾਂ 6 ਸਾਲ ਦਾ ਹਿਸਾਬ ਕੌਣ ਦਊਗਾ ਤੁਹਾਨੂੰ? ਮਤਲਬ 2 ਸਾਲ ਬੇਮਿਸਾਲ। ਮੈਂ ਪੁੱਛਣਾ ਚਾਹੁੰਦਾ, 2 ਸਾਲ 'ਚ ਤੁਸੀਂ ਕੰਮ ਕੀ ਕੀਤੇ ਤਾਂ ਦੱਸ ਦਿਓ। ਟੀਚਰਾਂ ਸੜਕ ਤੇ, ਸਰਨਾ ਸਾਹਿਬ ਦੇ ਟਾਈਮ ਤੇ 1 ਤਰੀਕ ਨੂੰ ਤਨਖਾਹ ਆ ਜਾਂਦੀ ਸੀ। ਇਹ ਮੇਰੀ ਵੀਡੀਓ ਜਿੰਨੇ ਵੀ ਸਾਡੇ ਟੀਚਰ ਸੁਣਦੇ ਨੇ, ਆਪਣੇ ਦਿਲ ਦੇ ਵਿੱਚ ਇਹਨੂੰ ਤੇਜ਼ਾਬ ਬਣਾ ਕੇ ਲੌ ਤਿਆਰ ਰੱਖਣੀ ਹੈ ਔਰ 22 ਤਰੀਕ ਨੂੰ ਇਹ ਸਾਰੀਆਂ ਗੱਲਾਂ ਦਾ ਤੁਸੀਂ ਬਦਲਾ ਲੈਣਾ ਹੈ ਔਰ ਸਾਰੀਆਂ ਮੋਹਰਾਂ ਕਾਰ ਦੇ ਉੱਤੇ ਲਾਣੀਆਂ ਜੇ। ਕਿਉਂ ਕਿ ਇਹਨਾਂ ਨੇ ਸਾਨੂੰ ਕਿਸੇ ਜਗ੍ਹਾ ਦਾ ਨਹੀਂ ਛੋੜਿਆ, ਨਾ ਸਕੂਲ ਸਾਡੇ ਰਹਿਣ ਦਿੱਤੇ, ਨਾ ਸਾਡੇ ਕਾਲਜ ਰਹਿਣ ਦਿੱਤੇ। ਔਰ ਗੁਰੂ ਕੀ ਸਾਧ ਸੰਗਤ, ਇੱਕ ਹੋਰ ਗੱਲ ਬੜੀ ਦੁਖਾਂਤ, ਜਿਹੜਾ ਦਿਲ ਮੇਰਾ ਦੁਖਦਾ ਹੈ,
ਸਾਰੀ ਸੰਗਤ ਰੋਂਦੀ ਹੈ। ਸੀਸਗੰਜ ਸਾਹਿਬ ਦਾ ਸੁੰਦਰੀਕਰਨ ਹੋ ਰਿਹਾ ਚਾਂਦਨੀ ਚੌਕ ਦਾ। ਗੁਰਪ੍ਰੀਤ ਜੀ, ਜਦੋਂ ਚਾਂਦਨੀ ਚੌਕ ਦਾ ਸੁੰਦਰੀਕਰਨ ਹੋਇਆ, ਕੀ ਸਾਡੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨਹੀਂ ਬੈਠੇ ਹੋਣਗੇ ਅੰਦਰ ਉਸ ਕਮੇਟੀ ਦੇ ਵਿੱਚ? ਮੈਂ ਪੁੱਛਣਾ ਚਾਹੁੰਦਾ ਸਾਰੀ ਕਮੇਟੀ ਨੂੰ, ਉਸ ਵਕਤ ਉਹਨਾਂ ਨੇ ਕੀ ਨਹੀਂ ਦੱਸਿਆ ਸੀ ਕਿ ਸੀਸਗੰਜ ਸਾਹਿਬ ਦੇ ਰਸਤੇ ਬੰਦ ਹੋ ਜਾਣਗੇ? ਮਤਲਬ ਤੁਹਾਡੇ ਅੰਦਰ ਕੋਈ ਪਰਮਾਤਮਾ ਦਾ ਭੈ ਭਾਵਨੀ ਹੈ ਹੀ ਨਹੀਂ ਹੈ, ਬਿਲਕੁਲ ਪਰਮਾਤਮਾ ਦਾ ਕੋਈ ਡਰ ਹੀ ਨਹੀਂ ਹੈ। ਉਹਨੂੰ 9 ਵਜੇ ਤੋਂ 9 ਵਜੇ ਦਰਸ਼ਨ, ਹੁਣ ਕਹਿੰਦੇ ਅਸੀਂ ਮੋਰਚੇ ਲਾਵਾਂਗੇ। ਪਹਿਲਾਂ ਕੁਝ ਕੀਤਾ ਨਹੀਂ, ਹੁਣ ਮੋਰਚੇ। ਇੱਕ ਗੱਲ ਹੋਰ ਕਰਦੇ ਹਾਂ, ਭਾਈ ਸਾਹਿਬ ਭਾਈ ਮਤੀ ਦਾਸ ਸੇਵਕ ਜੱਥਾ, ਉਹਦੇ ਪ੍ਰਧਾਨ ਮੇਰੇ ਸਤਿਕਾਰਯੋਗ ਵੀਰ ਸਰਬਜੀਤ ਸਿੰਘ ਜੀ ਨਾਗੀ, ਮੈਂ ਇਹਨਾਂ ਬੁਲਾਰਾ ਨਹੀਂ ਹੈ ਸਾਧ ਸੰਗਤ, ਗਲਾ ਮੇਰਾ ਬੈਠ ਗਿਆ ਬੋਲ ਬੋਲ ਕੇ, ਲੇਕਿਨ ਤੁਸੀਂ ਮੇਰੇ ਦਿਲ ਦਾ ਦੁੱਖ ਜ਼ਰੂਰ ਸੁਣੋਗੇ। ਭਾਈ ਮਤੀ ਦਾਸ ਸੇਵਕ ਜੱਥੇ ਦੇ ਪ੍ਰਧਾਨ ਸਰਬਜੀਤ ਸਿੰਘ ਨਾਗੀ, ਮੈਂ ਉਹਨਾਂ ਦੇ ਨਾਲ ਮੈਨੂੰ ਲੱਗਦਾ 1.5 ਸਾਲ 2 ਸਾਲ ਹੋ ਗਿਆ ਲੱਗਿਆ ਹੋਇਆ, ਹਾਲਾਂਕਿ ਮੈਂ ਮੈਂਬਰ ਨਹੀਂ ਹਾਂ। ਉਹ ਵੀਰ ਜੀ ਦਾ ਫੋਨ ਆਉਂਦਾ, ਕਦੇ ਸਤਿੰਦਰ ਜੈਨ ਕੋਲ, ਕਦੇ ਕਿਤੇ ਕਦੇ ਕਿਤੇ। ਉਹ ਸਾਰਾ ਨਕਸ਼ਾ ਪਾਸ ਹੋ ਗਿਆ ਜੀ, ਉਹਦਾ ਨਕਸ਼ਾ ਪਾਸ ਹੋ ਗਿਆ। ਲਾਸਟ ਮੂਮੈਂਟ ਤੇ ਸਾਨੀ ਸਾਹਿਬ ਨੇ ਸਾਨੂੰ ਪ੍ਰਵਾਨਗੀ ਦੇ ਦਿੱਤੀ। PWD ਦਾ ਇੱਕ ਵੀਰ ਆਉਂਦਾ ਹੈ ਔਰ ਸਾਨੂੰ ਨਕਸ਼ਾ ਭੇਟ ਕਰਦਾ, ਨਕਸ਼ਾ ਦਿੰਦਾ ਹੈ ਦੇਣ ਵਾਸਤੇ ਨਾਗੀ ਸਾਹਿਬ ਨੂੰ, ਲੇਕਿਨ ਪਿੱਛੋਂ ਫੋਨ ਆ ਜਾਂਦਾ ਜੀ ਨਕਸ਼ਾ ਸ਼ਾਮ ਨੂੰ ਦੇਵਾਂਗੇ। ਮੈਂ ਪੁੱਛਣਾ ਚਾਹੁੰਦਾ ਕਮੇਟੀ ਕੋਲੋਂ, ਉਹ ਵੀਰ ਸਰਬਜੀਤ ਸਿੰਘ ਨਾਗੀ 35 ਸਾਲ ਉਸਨੇ ਆਪਣੇ ਜੀਵਨ ਪੰਥ ਨੂੰ ਦਿੱਤੇ ਨੇ, ਉਹ ਤਰਜੀਤ ਸਿੰਘ ਨਾਗੀ ਨੇ, ਔਰ 35 ਸਾਲ ਉਹਨਾਂ ਨੇ ਕੋਟਾ ਭੁਗਤੀਆਂ। ਤੁਸੀਂ ਉਹਨਾਂ ਬੰਦਿਆਂ ਦਾ ਸਤਿਕਾਰ ਨਹੀਂ ਕਰ ਰਹੇ, ਹੋਰ ਤੁਸੀਂ ਕਿਸੇ ਦਾ ਕੀ ਕਰੋਗੇ? ਔਰ ਉਹ ਜਿਹੜੀ ਫਾਈਲ ਹੈ, ਗੁਰਪ੍ਰੀਤ ਵੀਰ ਜੀ ਦੀ ਨੌਲੇਜ ਪਾਉਣਾ ਚਾਹੁੰਦਾ, ਉਹ ਮੁੜ ਕੇ ਫਿਰ PWD ਦੇ ਖੱਡੇ 'ਚ ਪੈ ਗਈ। ਔਰ ਇੱਕ ਗੱਲ ਹੋਰ ਕਵਾਂ, ਮਜਨੂ ਟਿੱਲੇ ਦੀ ਗੱਲ ਕਰ ਲਓ। ਮਜਨੂ ਟਿੱਲੇ ਦੀ ਬੱਤੀ ਜਦੋਂ ਬੰਦ ਹੋਣੀ ਸੀ, ਪ੍ਰਬੰਧਕ ਕਮੇਟੀ ਨੂੰ ਪਤਾ ਨਹੀਂ ਸੀ। ਅੱਜ ਸੰਗਤ ਜਾ ਰਹੀ ਹੈ, 3 ਕਿਲੋਮੀਟਰ ਘੁੰਮ ਕੇ ਜਾਂਦੀ ਹੈ। ਕਿੰਨੀ ਮੰਦਭਾਗੀ ਗੱਲ ਹੈ। ਗੁਰੂ ਨਾਨਕ ਪਾਤਸ਼ਾਹ ਦਾ ਸਥਾਨ ਹੋਵੇ ਔਰ ਉਹਦਾ ਰਸਤਾ ਬੰਦ ਹੋ ਰਿਹਾ ਹੋਵੇ, ਔਰ ਸਾਡੇ ਪ੍ਰਧਾਨ ਸੁੱਤੇ ਹੋਏ ਨੇ। ਕਿਹੜੀ ਨੀਂਦ 'ਚ ਸੁੱਤੇ ਹੋਏ ਹੋ ਤੁਸੀਂ? ਕਦੋਂ ਜਾਗੋਗੇ? ਮਤਲਬ ਸਾਡੇ ਪੰਥ ਨਾਲ ਤੁਸੀਂ ਹੋਰ ਕੀ ਕਰਨਾ ਚਾਹੁੰਦੇ ਹੋ? ਮੈਂ ਕਹਿੰਦਾ ਗੋਦੀ ਮੀਡੀਆ ਖਰੀਦ ਕੇ 50-50 ਲੱਖ ਰੁਪਈਆ ਗੁਰੂ ਦੀ ਗੋਲਕ ਲੁਟਾਣਾ ਬੰਦ ਕਰੋ। ਔਰ ਮੈਂ ਸਾਰੀ ਦਿੱਲੀ ਦੀ ਸੰਗਤ ਨੂੰ ਅਪੀਲ ਕਰਦਾ, ਔਰ ਆਪ ਜੀ ਦੇ ਕੋਲ ਇੱਕ ਮੌਕਾ ਹੈ, ਇੱਕ ਮੌਕਾ ਹੈ ਤੁਹਾਡੇ ਹੱਥ, ਔਰ ਇਹ ਤੁਸੀਂ ਮੌਕਾ ਖੁੰਝਣਾ ਨਹੀਂ ਹੈ। ਔਰ ਇਹਨੂੰ ਤੁਸੀਂ ਇਲੈਕਸ਼ਨ ਨਾ ਸਮਝਣਾ, ਇਹਨੂੰ ਤੁਸੀਂ ਸੋਚੋ ਕਿ ਦਿੱਲੀ ਦੇ ਅਸੀਂ ਗੁਰੂ ਧਾਮ ਆਜ਼ਾਦ ਕਰਾਣੇ ਨੇ, ਜਿੱਦਾਂ ਅਸੀਂ 95 'ਚ ਕਰਾਏ ਸੀ, 95 'ਚ ਕਰਾਏ ਸੀ। ਔਰ ਗੁਰੂ ਕੀ ਸਾਧ ਸੰਗਤ, ਸਾਰੀ ਸੰਗਤ ਨੂੰ ਬੇਨਤੀ ਕਰਦਾ, ਸ਼੍ਰੋਮਣੀ ਅਕਾਲੀ ਦਲ ਦਿੱਲੀ, ਜਿਨ੍ਹਾਂ ਦਾ ਚੋਣ ਨਿਸ਼ਾਨ ਕਾਰ ਹੈ, ਔਰ 45 ਨੰਬਰ ਵਾਰਡ ਦੇ ਵਿੱਚ ਕਾਰ ਤੋਂ ਸਾਡੀ ਛੋਟੀ ਭੈਣ ਮੇਰੀ ਇਹ ਹਰਜਿੰਦਰ ਕੌਰ ਜੱਗਾ ਲੜਦੀ ਪਈ ਹੈ। ਵੀਰ ਜੀ ਨੇ ਕਿਹਾ ਮੈਨੂੰ ਕਿ ਤੁਹਾਡੇ ਫੁਰਨਾ ਨਹੀਂ ਆਇਆ। ਮੈਂ ਵੀਰ ਨੂੰ ਗੱਲ ਕਹਿ ਦੇਣਾ ਚਾਹੁੰਦਾ, ਮਹਾਰਾਜ ਨੇ ਮੇਰੇ ਸੀਸ ਤੇ ਕੇਸ ਦਿੱਤੇ, ਦਸਮ ਪਾਤਸ਼ਾਹ ਨੇ ਸੀਸ ਦੇ ਉੱਤੇ ਦਾੜਾ ਦਿੱਤਾ। ਬਚਨ ਜੋ ਕਹਤੇ ਉਹ ਪੂਰੇ ਨੇ, ਉਹ ਪਿੱਛੇ ਨਹੀਂ ਹਟ ਸਕਦਾ। ਫੁਰਨਾ ਮੇਰੇ DNA ਦੇ ਵਿੱਚ ਉਹ ਬਲੱਡ ਹੀ ਨਹੀਂ ਹੈਗਾ ਜਿਹੜਾ ਬਚਨ ਦੇ ਕੇ ਪਿੱਛੇ ਹਟ ਜਾਏ। ਜੇ ਮੈਂ ਜੱਗੇ ਵੀਰ ਦੀ ਬਾਂਹ ਫੜੀ ਹੈ ਔਰ ਮਹਾਰਾਜ ਨੇ ਚਲੋ ਜੋ ਬਾਣਾ ਵਰਤਿਆ, ਮੈਂ ਕੁਝ ਨਹੀਂ ਬੋਲ ਸਕਦਾ। ਮੈਂ ਤੁਹਾਨੂੰ ਦੱਸ ਦਿਆਂ, ਹਸਪੀਟਲ ਵੀ ਜਿੱਦਣ ਸੀ ਮੈਨੂੰ ਫੋਨ ਆਉਣਾ ਉਹਦਾ, ਅੱਜ ਵੀ ਮੇਰੇ ਕੋਲ ਕਈ ਰਿਕਾਰਡਿੰਗਾਂ ਵੀਰ ਦੀਆਂ ਹੈਗੀਆਂ। ਮੈਨੂੰ ਕਹਿੰਦਾ ਪਾਲੀ ਭਾਜੀ ਅਸੀਂ ਇੱਦਾਂ ਇਲੈਕਸ਼ਨ ਕਿੱਦਾਂ ਜਿੱਤਾਂਗੇ, ਜਾਓ ਕੰਬੇ ਨਹੀਂ ਕਰੋ। ਔਰ ਗੁਰੂ ਕੀ ਸਾਧ ਸੰਗਤ, ਅੱਜ ਵਾਰਡ ਨੰਬਰ 45 ਦੀ ਸਾਰੀ ਸੰਗਤ ਦਾ ਫਰਜ਼ ਬਣਦਾ ਕਿ ਇਹ ਸੀਟ ਆਪਣੀ ਭੈਣ ਨੂੰ ਜਿਤਾਓ। ਮੈਂ ਕੋਈ ਰਾਜਨੀਤੀ ਨਹੀਂ ਕਰ ਰਿਹਾ, ਸਾਰਿਆਂ ਨੂੰ ਬੇਨਤੀ ਕਰ ਰਿਹਾ ਹੱਥ ਜੋੜ ਕੇ ਨਿਮਰਤਾ ਸਹਿਤ। 22 ਤਰੀਕ ਨੂੰ ਕਹਿੰਦੇ ਰੱਖੜੀ ਹੈ। ਮੈਂ ਪੁੱਛਣਾ ਚਾਹੁੰਦਾ ਕਿ ਜਿਹੜਾ ਗੁਰਸਿੱਖ ਹੈ ਜਨਗਾਤਰਾ ਪਾਇਆ, ਕੀ ਗੁਰੂ ਸਾਹਿਬ ਸਾਨੂੰ ਕਿਤੇ ਰੱਖੜੀ ਬਣਾ ਗਏ ਨੇ? ਠੀਕ ਹੈ। ਦੂਜੀ ਗੱਲ, ਜੇ ਸਾਡੇ ਗੁਰੂ ਸਾਹਿਬ ਕਿਤੇ ਜਨੇਊ ਕਿਤੇ ਪਾਇਆ ਨਹੀਂ, ਪਹਿਲੇ ਪਾਤਸ਼ਾਹ ਨੇ ਜਨੇਊ ਪਾਇਆ ਨਹੀਂ, 9ਵੇਂ ਪਾਤਸ਼ਾਹ ਨੇ ਲਾਇਆ ਨਹੀਂ, ਉਹ ਗੁਰੂ ਆਪਣੀ ਗੁੱਟ ਤੇ ਰੱਖੜੀ ਕਿਵੇਂ ਬੰਨ ਲੇਗਾ? ਠੀਕ ਹੈ, ਇਹ ਸਨਾਤਨ ਧਰਮ ਨੇ ਰੱਖੜੀ ਸਾਡੇ ਤੇ ਥੋਪ ਦਿੱਤੀ ਹੈ, ਸਾਡੇ ਬਜ਼ੁਰਗ ਬੰਦੇ ਆਏ ਨੇ, ਚਲੋ ਜਿਹੜੇ ਬੰਦੇ ਨੇ ਮੁਬਾਰਕ ਹੈ। ਲੇਕਿਨ ਮੈਂ ਬੇਨਤੀ ਕਰਾਂਗਾ, ਰੱਖੜੀ ਵਾਲੇ ਦਿਨ 8 ਵਜੇ ਚੋਣ ਸ਼ੁਰੂ ਹੋਣੀ ਹੈ। ਮੈਂ ਬੇਨਤੀ ਕਰਾਂਗਾ ਇਸ਼ਨਾਨ ਪਾਣੀ ਕਰੋ, ਨਿਤਨੇਮ ਕਰੋ, ਇੱਕ ਪਾਠ ਜਪਜੀ ਸਾਹਿਬ ਦਾ
ਇੱਕ ਪਾਠ ਚੁਪਾਈ ਸਾਹਿਬ ਦਾ ਜੋ ਤੁਹਾਡੀ ਦਿਲ ਕਰੇ ਮੇਰੀ ਭੈਣ ਵਾਸਤੇ ਕਰਿਓ ਕਿ ਇਹ ਉਹ ਜਿਹੜੀ ਇਸੇ ਨੇ ਕੁਰਬਾਨੀ ਦਿੱਤੀ ਹੈ ਉਹ ਕੁਰਬਾਨੀ ਜਾਇਆ ਨਾ ਜਾਵੇ। ਔਰ ਇਹ ਜਿਹੜੀ ਸੀਟ ਹੈ ਆਉਣ ਵਾਲੇ ਟਾਈਮ ਤੇ ਖੁਰੇ ਜੀ ਖਾਸ ਤੋਂ ਨਹੀਂ ਵੱਜੇਗੀ। ਜਦੋਂ ਗੱਲ ਹੋਏਗੀ 45 ਨੰਬਰ ਵਾਰਡ ਦੀ ਜਗਤਾਰ ਸਿੰਘ ਜੱਗਾ ਦੇ ਨਾਮ ਤੋਂ ਸੀਟ ਇਹ ਬੁਲਾਈ ਜਾਏਗੀ। ਪਰ ਜੇ ਗੱਲ ਕਰ ਹੀ ਲਈਏ ਮੁਕਾਬਲਾ ਬੜਾ ਕਹਿ ਦਈਏ ਨਾ ਕਿ ਤਗੜਾ ਇਸ ਕਰਕੇ ਹੈਗਾ ਕਿਉਂਕਿ ਮੌਜੂਦਾ ਜਿਹੜੇ ਸਿਟਿੰਗ ਮੈਂਬਰ ਨੇ ਉਹ ਧਰਮ ਪ੍ਰਚਾਰ ਦੇ ਮੌਜੂਦਾ ਚੇਅਰਮੈਨ ਵੀ ਨੇ ਜਤਿੰਦਰਪਾਲ ਸਿੰਘ ਗੋਲਡੀ ਔਰ ਹੁਣ ਤੱਕ ਜਦੋਂ ਵੀ ਇਸ ਸੀਟ ਤੋਂ ਲੜੇ ਨੇ ਹਮੇਸ਼ਾ ਉਹ ਜਿੱਤਦੇ ਆਏ ਨੇ। ਮੈਂ ਇਹ ਬੇਨਤੀ ਕਰਦਿਆਂ ਦੇਖੋ ਬੰਦਾ ਜਿੱਤਦਾ ਹੈ ਰਾਜ ਕਰਦਾ ਪੁਰਬਲੇ ਕਰਮ ਹੋਣ ਕਹਿੰਦੇ ਨਾ ਤਪੋ ਰਾਜ ਤੇ ਰਾਜੋ ਨਰਕ। ਮੈਂ ਮੰਨਦਾ ਵੀਰ ਨੇ 2 ਸਾਲ 8 ਸਾਲ ਰਾਜ ਕੀਤਾ। ਪਹਿਲੀ ਇਲੈਕਸ਼ਨ ਅਸੀਂ ਆਪ ਜਿਤਾਈ ਹੈ ਆਪਣੇ ਉਸਤਾਦ ਨੂੰ ਰਾਇਆ ਹੈ। ਮੈਂ ਕੋਈ ਝੂਠ ਤਾਂ ਨਹੀਂ ਬੋਲ ਰਿਹਾ। ਤੁਸੀਂ ਜਿਤਾਈ ਸੀ ਬਿਲਕੁਲ। ਔਰ ਦੂਜੀ ਗੱਲ ਜਿੰਨੇ ਵੀਰ ਬੈਠੇ ਨੇ ਤੁਹਾਡੇ ਭਰਾ ਦੇ ਕਹਿਣ ਤੇ ਇੱਕ ਵੀਰ ਨੇ ਵੋਟ ਪਾਈ ਹੈ ਸਾਰੀ। ਹਰਚਰਨ ਸਿੰਘ ਰਾਠੌਰ ਵੀਰ ਜੀ ਸਾਰੀ ਸਾਊਥ ਅਨਾਰਕਲੀ ਨਾਲ ਚੱਲੀ ਹੈ। ਅਗਲੀ ਇਲੈਕਸ਼ਨ ਜਿਹੜੀ ਜਿੱਤ ਗਿਆ ਉਹ ਸਾਡੇ ਭਰਾਵਾਂ ਦੀ ਫੁੱਟ ਕਰਕੇ ਜਿੱਤ ਗਿਆ। 2200 ਵੋਟ ਸਾਡੇ ਕੋਲ ਹੋਵੇ ਔਰ 1300-1400 ਵਾਲਾ ਲੁੰਡੀ ਪੁੰਜੀ ਜਿੱਤ ਜਾਏ। ਮੈਂ ਸਾਰੀ ਸੰਗਤ ਨੂੰ ਗੱਲ ਕਹਿ ਦੇਣਾ ਚਾਹੁੰਦਾ ਮੈਨੂੰ ਬੋਲ ਯਾਦ ਆ ਰਹੇ ਨੇ ਰਾਮ ਪ੍ਰਸਾਦ ਬਿਸਮਿਲ ਦੇ। ਇਹ ਹੁਣੇ 15 ਅਗਸਤ ਗਈ ਹੈ। ਉਹ ਕਹਿੰਦਾ ਭਗਤ ਸਿੰਘ ਬੈਠਾ ਜੇਲ੍ਹ ਦੇ ਅੰਦਰ ਔਰ ਜੇ ਭਗਤ ਸਿੰਘ ਕੁਰਬਾਨੀ ਨਾ ਦਿੰਦਾ ਅੱਜ ਇੱਥੇ ਅਸੀਂ ਆਜ਼ਾਦੀ ਨਹੀਂ ਮਾਣਨੀ ਸੀ। ਉਹ ਕੀ ਕਹਿੰਦਾ ਆ? ਉਹ ਕਹਿੰਦਾ ਸਰਫਰੋਸ਼ੀ ਕੀ ਤਮन्ना अब हमारे दिल में है, सरफरोशी की तमन्ना अब हमारे दिल में है, देखना है जोर कितना बाजुए कातिल में है, वक्त आने दे बता देंगे तुझे आसमां, अब अभी से क्या बताएं, अब हमारे दिल में है, अब हमारे दिल में है। ਉਦੋਂ ਤੁਸੀਂ ਗੋਲਡੀ ਜੀ ਨੂੰ ਨਾਲ ਇਲੈਕਸ਼ਨ ਜਿਤਾਈ ਹੈ। ਅਗਲੀ ਇਲੈਕਸ਼ਨ ਤੁਸੀਂ ਆਪ ਲੜਨ ਲੱਗ ਗਏ ਗੋਲਡੀ ਦੇ ਖਿਲਾਫ ਵੀ ਜਗਤਾਰ ਸਿੰਘ ਜੱਗਾ ਦੇ ਖਿਲਾਫ ਵੀ। ਇਹ ਇਲੈਕਸ਼ਨ ਦੇ ਵਿੱਚ ਤੁਸੀਂ ਜਗਤਾਰ ਸਿੰਘ ਜੱਗਾ ਨੂੰ ਸਪੋਰਟ ਕਰਨ ਆ ਰਹੇ ਹੋ। 3 ਇਲੈਕਸ਼ਨਾਂ ਦੇ ਵਿੱਚ ਤੁਹਾਡਾ ਹੀ ਸੈੱਟ ਕਲੀਅਰ ਨਹੀਂ ਹੈ, ਤੁਹਾਡਾ ਹੀ ਸਟੈਂਡ ਕਲੀਅਰ ਨਹੀਂ ਹੈ ਕਿ ਤੁਸੀਂ ਖੜੇ ਕਿੱਥੇ ਹੋ। ਹਰ ਵਾਰੀ ਤੁਸੀਂ ਤਬਦੀਲੀ ਕੀਤੀ ਹੈ। ਤੁਹਾਡੇ ਉੱਪਰ ਯਕੀਨ ਕਿੱਦਾਂ ਕਰ ਲਏ? ਕੀ ਪਤਾ ਤੁਸੀਂ ਨਾਲ ਚੱਲ ਰਹੇ ਹੋ ਸ਼ਾਇਦ ਤੁਹਾਡਾ ਸਟੈਂਡ ਨਾ ਕਲੀਅਰ ਹੋਣ ਕਰਕੇ ਇਹਨਾਂ ਦੀ ਵੋਟਾਂ ਤੁਹਾਡੇ ਕਰਕੇ ਵੀ ਕੱਟ ਸਕਦੀਆਂ ਨੇ। ਗੁਰਪ੍ਰੀਤ ਵੀਰ ਜੀ ਮੈਂ ਇੱਕ ਤੁਹਾਨੂੰ ਗੱਲ ਕਲੀਅਰ ਕਰ ਦਿਆਂ। ਗੱਤਕਾ ਮਾਸਟਰ ਤੋਂ ਅਸੀਂ ਹਟੇ ਸੀ ਉਹਨਾਂ ਦੀ ਨੀਤੀਆਂ ਕਰਕੇ। ਜਦੋਂ ਇਲੈਕਸ਼ਨ ਜਾਂਦੇ ਸੀ ਸਾਨੂੰ ਸਾਰੀ ਸੰਗਤ ਕਹਿੰਦੀ ਸੀ ਕੰਮ ਨਹੀਂ ਕਰਦੇ। ਗੁਰਪ੍ਰੀਤ ਵੀਰ ਜੀ ਅੱਜ ਰਾਠੌਰ ਸਾਹਿਬ ਸਾਡੇ ਨਾਲ ਚੱਲਦੇ ਪਏ ਨੇ। ਤੁਹਾਨੂੰ ਮੈਂ ਸਟੈਂਡ ਦੀ ਗੱਲ ਕਰਦੇ ਹਾਂ। ਰਾਠੌਰ ਸਾਹਿਬ ਚੱਲਦੇ ਪਏ ਨਾ, ਰਾਠੌਰ ਸਾਹਿਬ ਦੇ ਮੂੰਹ ਨੂੰ ਜਿੰਨੀਆਂ ਵੋਟਾਂ ਪੈਣੀਆਂ ਕੰਮ ਰਾਠੌਰ ਕੋਲ ਕਰਾਣੇ ਆ। ਜੇ ਬੀਬੀ ਨਹੀਂ ਨਾ ਕੰਮ ਕਰੇਗੀ ਅਗਲੇ ਦਿਨ ਮੋਰਚਾ ਸਾਹਮਣੇ ਲੱਗ ਜਾਣਾ। ਅਗਲੀ ਵਾਰ ਰਾਠੌਰ ਸਾਹਿਬ ਜੀ ਨੇ ਮੋਰਚਾ ਲਾ ਦੇਣਾ। ਤੁਸੀਂ ਜਿਹੜੀ ਗੱਲ ਕਰੋਗੇ ਮਾਕੂਲ ਜਵਾਬ ਦਿਆਂਗਾ। ਇਹਨਾਂ ਦੇ ਖਿਲਾਫ ਹੀ ਦੇਖੋ ਮੇਰੀ ਗੱਲ ਸੁਣੋ। ਇਹਨਾਂ ਦੇ ਖਿਲਾਫ ਹੀ ਇਹਦਾ ਸੁਣੋ ਮੈਂ ਦੂੰਗਾ ਆਪਣੀ ਕੰਮ ਸਾਡੀ ਭੈਣ ਨੇ ਪਤਾ ਕੀ ਕਿਹਾ? ਐਤਕੀ ਵੋਟ ਤੁਸੀਂ ਜਗਤਾਰ ਵੀਰ ਜੀ ਦੇ ਕੰਮ ਨੂੰ ਦੇਣਾ। ਹੁਣ ਕਿੰਨੀ ਵੱਡੀ ਗੱਲ ਬੋਲੀ ਹੈ। ਜੇ ਮੈਂ ਕੰਮ ਨਹੀਂ ਕਰਾਂਗੀ ਮੈਂ ਵੋਟ ਨਹੀਂ ਮੰਗਣ ਜਾਵਾਂਗੀ ਤੁਹਾਡੇ ਕੋਲੋਂ। ਤੁਸੀਂ ਘਰ ਬੈਠੇ ਕਹੋਗੇ ਅਸੀਂ ਹਰਜਿੰਦਰ ਕੌਰ ਜੱਗਾ ਨੂੰ ਵੋਟ ਪਾਣੀ ਹੈ। ਅਸੀਂ ਗੱਤਕਾ ਮਾਸਟਰ ਤੋਂ ਦੁਖੀ ਹੋ ਕੇ ਸੰਗਤ ਸਾਨੂੰ ਇੰਨੇ ਤਾਨੇ ਮਾਰਦੀ ਸੀ ਵੀਰ ਨੂੰ ਜਿਤਾਇਆ। 4 ਸਾਲ ਵੀਰ ਦੇ ਮੈਂ ਨੇੜੇ ਰਿਹਾ ਔਰ ਜਮਨਾ ਪਾਰ ਗੁਰੂ ਨਾਨਕ ਸਿੱਖ ਸੋਸਾਇਟੀ ਦੀ ਜਨਰਲ ਸਕੱਤਰ ਵੀ ਦਾਸ ਨੇ ਕੀਤੀ ਹੈ। ਔਰ ਇੱਦਾਂ ਹੁੰਦਾ ਹੈ ਜਦੋਂ ਬੰਦਾ ਕਿਸੇ ਦੇ ਨੇੜੇ ਹੁੰਦਾ ਨਾ ਗੁਰਪ੍ਰੀਤ 24 ਘੰਟੇ ਤੁਸੀਂ ਕਿਸੇ ਦੀ ਬੰਦੇ ਦੀ ਤੁਸੀਂ ਨੇਚਰ ਨੂੰ ਜਾਣਨਾ ਹੋਵੇ ਨਾ ਜੀ 24 ਘੰਟੇ ਉਹਦੇ ਨੇੜੇ ਰਹੋ। ਕਿਉਂਕਿ ਇਤਿਹਾਸ ਲਿਖਦਾ ਹੈ ਕਿ ਜਿਹੜਾ ਸੱਪ ਵੀ ਹੈ ਨਾ ਜੀ 24 ਘੰਟੇ ਇੱਕ ਵਾਰ ਆਪਣੇ ਸਵਰੂਪ 'ਚ ਆਉਂਦਾ। ਤੁਸੀਂ ਕਿਸੇ ਨਾਲ 2 ਦਿਨ ਗੁਜ਼ਾਰ ਲਓ ਤੁਹਾਨੂੰ ਉਹ ਇੱਕ ਵਾਰ ਆਪਣੇ ਸਵਰੂਪ 'ਚ ਜ਼ਰੂਰ ਆਏਗਾ। 4 ਸਾਲ ਰਹੇ ਹਾਂ ਇਹਦੇ ਨਾਲ, ਠੀਕ ਹੈ ਜੀ। ਔਰ ਅਸੀਂ ਜਦੋਂ ਵੇਖਿਆ ਔਰ ਅਸੀਂ ਉਹ ਵੇਖ ਕੇ ਪਿੱਛੇ ਹਟੇ ਹਾਂ। ਸਾਡੀ ਜਿਹੜੀ ਆਦਤ ਹੈ ਵੀਰ ਜੀ ਇਸ ਤਰ੍ਹਾਂ ਦੀ ਨਹੀਂ ਹੈ। ਤੁਸੀਂ ਅੱਜ ਉਹਨਾਂ ਦੀ ਪਾਰਟੀ 'ਚ ਹੀ ਹੋ। ਜੇ ਤੁਸੀਂ ਉਹਨਾਂ ਤੋਂ ਹਟੇ ਹੋ ਅੱਜ ਉਸਤਾਦ ਗੁਰਚਰਨ ਸਿੰਘ ਗੱਤਕਾ ਮਾਸਟਰ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਹੀ ਨੁਮਾਇੰਦੇ ਨੇ ਔਰ ਤੁਸੀਂ ਉਹਨਾਂ ਨੂੰ ਹੀ ਤੁਸੀਂ ਮੇਰੇ ਹਿਸਾਬ ਨਾਲ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਉਹਨਾਂ ਨੂੰ ਛੱਡ ਕੇ ਆਏ ਫਿਰ ਉਹਨਾਂ ਦੀ ਪਾਰਟੀ ਦੇ ਵਿੱਚ ਆ ਕੇ ਪ੍ਰਚਾਰ ਤੁਸੀਂ ਕਰ ਰਹੇ ਹੋ। ਇੱਕ ਗੱਲ ਮੈਂ ਤੁਹਾਨੂੰ ਕਲੀਅਰ ਕਰ ਦਿਆਂ 2 ਇਲੈਕਸ਼ਨਾਂ ਗੱਤਕਾ ਮਾਸਟਰ ਜੀ ਹਾਰ ਚੁੱਕੇ ਨੇ। ਇੱਥੋਂ ਤੁਹਾਨੂੰ ਕਲੀਅਰ ਸਟੈਂਡ ਕਲੀਅਰ। ਇਹ ਕਿਹਾ ਕਿ ਉਹਨਾਂ ਨੇ ਸਪੋਰਟ ਕੀਤੀ ਇਹਨਾਂ ਦੇ ਸਿਰ ਤੇ ਹੱਥ ਰੱਖਿਆ ਸਰੋਪਾ ਪਾਇਆ। ਉਹਦਾ ਰੀਜ਼ਨ ਕੀ ਹੈ? ਉਹਨਾਂ ਦਾ ਇਹ ਕਹਿਣਾ ਸੀ ਵੀ ਮੇਰੇ ਗੋਡੇ ਨਹੀਂ ਚੱਲਦੇ, ਉਮਰ ਹੋ ਗਈ ਹੈ ਜ਼ਿਆਦਾ,
ਇਸ ਕਰਕੇ ਪ੍ਰਧਾਨ ਸਾਹਿਬ ਦਾ ਫੈਸਲਾ ਮੰਨ ਕੇ ਜੱਗੇ ਨੂੰ ਸੀਟ ਦਿੱਤੀ ਗਈ। ਔਰ ਦੇਖੋ ਵੀਰ ਜੀ, ਕਿਸੇ ਨਾ ਕਿਸੇ ਦੇ ਸਿਰ ਤੇ ਹੱਥ ਰੱਖਣਾ ਹੈ ਔਰ ਕਿਸੇ ਨਾ ਕਿਸੇ ਦਾ ਵਾਰਿਸ ਤਾਂ ਹੁੰਦਾ ਹੀ ਹੈ ਨਾ ਜੀ। ਪੰਤਾਲ ਇਹ ਜਿਹੜੀਆਂ ਸੀਟਾਂ ਨੇ ਇਹ ਕਾਰ ਦੇ ਉੱਤੇ ਸਰਨਾ ਸਾਹਿਬ ਦੇ ਉੱਤੇ ਲੜੀ ਜਾ ਰਹੀਆਂ ਨੇ ਜੀ। ਔਰ ਦੂਜੀ ਗੱਲ ਮੈਂ ਗੱਲ ਕਲੀਅਰ ਕਰ ਦਿਆਂ, ਜੋ ਤੁਸੀਂ ਪੁੱਛੀ ਹੈ ਕਿ ਤੁਹਾਡਾ ਕੀ ਸਟੈਂਡ ਹੈ। ਵੀਰ ਜੀ, ਸਾਡਾ ਸਟੈਂਡ ਸੱਚ ਤੇ ਹੱਕ ਦੇ ਉੱਤੇ ਹੈ। ਜਿਹੜਾ ਬੰਦਾ ਆਪਣੇ ਹਕਲਾਕ ਤੋਂ ਗਿਰ ਜਾਏਗਾ, ਕੱਲ ਨੂੰ ਅਗਰ ਇਹ ਵੀ ਬੱਚੀ ਆਪਣੇ ਹਕਲਾਕ ਤੋਂ ਸੇਵਾ ਨਹੀਂ ਕਰੇਗੀ, ਇਹਦੇ ਸਾਹਮਣੇ ਮੋਰਚਾ ਲਾ ਦਿਆਂਗੇ। ਇਹ ਸਾਰੀ ਸੰਗਤ 'ਚ ਕਹਿ ਰਿਹਾ ਮੈਂ। ਔਰ ਇਹ ਸੁਣ ਲੈਣਾ ਤੁਸੀਂ ਗੱਲ, ਇਹ ਯਕੀਨ ਦੀ ਤੁਸੀਂ ਗੱਲ ਕਰਦੇ ਹੋ। ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਐਡਾ ਵੱਡਾ ਪਰਿਵਾਰ ਹੈ ਸਰਦਾਸ ਦਾ। ਔਰ ਜਿੱਥੇ ਦਾਸ ਕਹਿੰਦਾ ਹੈ, ਕੰਮ ਤਾਂ ਦਾਸ ਨੇ ਕਰਾਣੇ ਨਾ ਜੀ। 500, 550, 600 ਵੋਟ, 550 ਜਿਹੜੀ 450 ਵੋਟ ਪਈ ਹੈ ਵੀਰ ਜੀ, ਐਵੇਂ ਤਾਂ ਨਹੀਂ ਪੈ ਗਈ। ਔਰ ਦੂਸਰੀ ਗੱਲ, ਔਰ ਜੇ ਕਿਤੇ ਅਸੀਂ ਕਿਤੇ ਹੋਰ ਉਸ ਟਾਈਮ ਤੁਸੀਂ ਇਹ ਕਿਹਾ ਕਿ ਬਹੁਤ ਸਾਰੀ ਪਾਰਟੀਆਂ ਲੜ ਰਹੀਆਂ ਸੀ, ਰਾਤ ਦੇ 2:30 ਵਜੇ ਨੇ ਵਡਾਲਾ ਸਾਹਿਬ ਆਉਂਦੇ ਨੇ ਜਥੇਦਾਰ ਰਣਜੀਤ ਸਿੰਘ ਜੀ ਕੋਲ, ਰੂਮ ਨੰਬਰ 14 'ਚ ਮੈਂ ਮੌਜੂਦ ਸੀ ਨਾਲ। ਦੋਨਾਂ ਗੁਰਸਿੱਖਾਂ 'ਚ ਫੈਸਲਾ ਹੁੰਦਾ ਹੈ। ਉਹਨਾਂ ਦਾ ਇੱਕ ਪ੍ਰੈਸ ਪ੍ਰਚਾਰ ਮੰਤਰੀ ਬੈਠਾ ਹੈ, ਉਹ ਲਾਈਵ ਫਟਾਫਟ ਫੇਸਬੁੱਕ ਤੇ ਲਾਈਵ ਕਰ ਦਿੰਦੇ ਕਿ 2 ਗੁਰਸਿੱਖਾਂ ਦਾ ਆਪਸ ਦੇ ਵਿੱਚ ਗੁਰਮਤਾ ਹੋ ਗਿਆ। ਤੁਸੀਂ ਵੇਖ ਸਕਦੇ ਹੋ ਫੇਸਬੁੱਕ ਤੇ। ਲੇਕਿਨ ਸਵੇਰੇ ਮੁਨਕਰ ਹੋ ਜਾਂਦੇ ਨੇ। ਉਹ ਕਹਿੰਦੇ ਨੇ ਜੀ ਵਾਰਡ ਨੰਬਰ 45 ਦੀ ਸੀਟ ਮੈਨੂੰ ਦੇ ਦਿਓ। ਇੱਕ ਸੀਟ ਮੰਗੀ ਉਹਨਾਂ ਨੇ ਮਲਕਿੰਦਰ ਸਿੰਘ ਦੀ। ਉਹ ਮਲਕਿੰਦਰ ਸਿੰਘ ਜਿਹੜਾ ਅਕਾਲ ਸਾਹਿਬ ਵੈਲਫੇਅਰ ਸੋਸਾਇਟੀ ਐਸੋਸੀਏਸ਼ਨ ਦਾ ਪ੍ਰਧਾਨ ਹੈ, ਸਿੰਘ ਸਾਹਿਬ ਨੇ ਕਿਹਾ ਮੈਂ ਪ੍ਰੈਸ ਕਾਨਫਰੰਸ ਕਰ ਬੈਠਾ। ਉਹਦੇ ਵਿੱਚ 45 ਨੰਬਰ ਵੀ ਸੀਟ ਕਲੀਅਰ ਹੈ ਪ੍ਰਿਥਵੀਪਾਲ ਸਿੰਘ ਪਾਲੀ ਦੀ, ਮਲਕਿੰਦਰ ਦੀ ਵੀ। ਇਹ 2 ਨੂੰ ਛੱਡ ਕੇ ਤੂੰ ਜਿਹੜੀ ਮਰਜ਼ੀ ਲੈ ਲਓ। ਮੇਰੇ ਕਹਿਣ ਤੋਂ ਮੁਰਾਦ ਹੈ। ਔਰ ਤੁਸੀਂ ਕਿਹਾ ਨਾ ਜੀ ਹੁਣ ਸਰਨਾ ਸਾਹਿਬ ਦੇ ਨਾਲ ਰਣਜੀਤ ਸਿੰਘ ਜੀ ਨਾਲ ਨੇ। ਦੇਖੋ ਇੱਕ ਗੱਲ ਹੋਰ ਕਲੀਅਰ ਕਰਾਂ, ਇਹ ਰਣਜੀਤ ਸਿੰਘ ਜੀ ਦੀ ਜਿਨ੍ਹਾਂ ਦੀ ਕੁਰਬਾਨੀ ਹੈ ਔਰ ਉਹਨਾਂ ਦੀ ਆਵਾਜ਼ ਦੇ ਉੱਤੇ ਦੇਖੋ ਇੱਕ ਗੱਲ ਤਾਂ ਮੈਂ ਕਹਾਂ, ਜਿੰਨੀ ਸਾਨੂੰ ਵੋਟਿੰਗ ਪਈ ਸੀ ਸੰਗਤ ਉਹਨਾਂ ਨੂੰ ਮੰਨਦੀ ਹੈ, ਅੱਜ ਵੀ ਮੰਨਦੀ ਹੈ। ਅਗਰ ਉਹ 80 ਦੇ ਵਿੱਚ ਕੁਰਬਾਨੀ ਨਾ ਦਿੰਦੇ, ਜਿੱਡੀ ਵੱਡੀ ਉਹਨਾਂ ਨੇ 78 80 'ਚ ਕੁਰਬਾਨੀ ਦਿੱਤੀ ਹੈ, ਨਿਰੰਕਾਰੀ ਕਾਂਡ ਤੁਸੀਂ ਜਾਣਦੇ ਹੋ। ਉਹ 14 ਸਾਲ ਜੇਲ੍ਹ ਕੱਟੀ ਉਹਨਾਂ ਨੇ। ਸੰਗਤ ਉਹਨਾਂ 'ਤੇ ਭਰੋਸਾ ਕਰਦੀ ਹੈ। ਉਹ ਭਰੋਸਾ ਕੀ ਹੈ? ਉਹ ਇਹ ਭਰੋਸਾ ਹੈ ਕਿ ਅਗਰ ਇਹ ਟੀਮ 'ਚ ਆਉਣਗੇ ਤਾਂ ਗੁਰੂ ਦੀ ਗੋਲਕ ਦਾ ਘਾੜ ਨਹੀਂ ਹੋਣ ਦੇਣਗੇ। 328 ਸਰੂਪ ਵਾਸਤੇ ਮੋਰਚਾ ਲਾਇਆ ਉਹਨਾਂ ਨੇ ਅੰਮ੍ਰਿਤਸਰ, ਠੀਕ ਹੈ ਨਾ ਜੀ। ਮੁੰਡੇ ਕੁੱਟੇ ਗਏ ਸੇਵਾਦਾਰਾਂ ਨੂੰ, ਲੇਕਿਨ ਕੋਈ ਬਾਹਰ ਆ ਕੇ ਜਵਾਬ ਨਹੀਂ ਦਿੱਤਾ। ਮੈਂ ਤਾਂ ਉਹਨਾਂ ਨੂੰ ਵੇਖ ਰਿਹਾ 99 ਦੇ ਵਿੱਚ ਜਦੋਂ ਬਾਹਰ ਆਏ ਸੀ, ਅਸੀਂ ਇੱਥੋਂ ਬੱਸਾਂ ਲੈ ਕੇ ਉਹਨਾਂ ਦੀ ਤਾਜਪੋਸ਼ੀ 'ਤੇ ਗਏ ਸੀ। ਔਰ ਅਸੀਂ ਅੱਜ ਮੈਂ ਜੋ ਇਹਨਾਂ ਦੇ ਨਾਲ ਚੱਲ ਰਿਹਾ, ਉਹਨਾਂ ਨੇ ਮੈਨੂੰ ਹੁਕਮ ਲਾਇਆ ਸੀਗਾ। ਉਹਨਾਂ ਨੇ ਹੁਕਮ ਲਾਇਆ ਸੀ ਕਿ ਤੁਸੀਂ ਜਾ ਕੇ ਆਪਣੀ, ਮੈਂ ਕਿਹਾ ਜੀ ਮੈਂ ਇਲੈਕਸ਼ਨ ਨਹੀਂ ਲੜਨੀ ਇਸ ਵਾਰ। ਮੈਂ ਜੱਗੇ ਨੂੰ ਵੀ ਕਿਹਾ ਸੀਗਾ, ਕਿਉਂਕਿ ਮੈਂ ਕਿਹਾ ਇਲੈਕਸ਼ਨ ਨਹੀਂ ਲੜਨੀ, ਜੇ ਤੂੰ ਲੜਨਾ ਅਸੀਂ ਤੈਨੂੰ ਸਪੋਰਟ ਕਰਾਂਗੇ। ਔਰ ਇਹਨੂੰ ਵੀਰ ਨੂੰ ਸਪੋਰਟ ਕੀਤੀ ਹੈ। ਔਰ ਗੁਰੂ ਸਾਹਿਬ ਕਿਰਪਾ ਕਰਨਗੇ, ਇਹ ਆਪਣੀ ਉੱਚੀ ਤੇ ਸੁੱਚੀ ਸੋਚ ਰੱਖ ਕੇ ਜਿਹੜੀ ਬੱਚੀ ਹੈ ਉਹਦੇ ਸੋਚ ਤੇ ਪਹਿਰਾ ਦੇਗੀ। ਅਸੀਂ ਦਿਨ ਰਾਤ ਇਹਦੇ ਨਾਲ, ਕਿਉਂ ਕਿ ਅਸੀਂ ਹੱਕ ਸੱਚ ਦੇ ਹੱਕ ਔਰ ਗੁਰੂ ਸਾਹਿਬ ਦੀ, ਗੁਰੂ ਗ੍ਰੰਥ ਸਾਹਿਬ ਜੀ ਦੀ ਜਿੱਥੇ ਵੀ ਕਿਤੇ ਉਹਨਾਂ ਦੀ ਸਾਂਝ ਨੂੰ, ਜਿੱਥੇ ਵੀ ਕਿਤੇ ਉਹਨਾਂ ਦੇ ਦਿੱਤੇ ਹੋਏ ਉਪਦੇਸ਼ ਨੂੰ ਢਾਹ ਲੱਗੇਗੀ, ਅਸੀਂ ਸਭ ਤੋਂ ਪਹਿਲਾਂ ਛਾਤੀ ਢਾਹ ਕੇ ਕੁਰਬਾਨੀਆਂ ਵੀ ਦੇਵਾਂਗੇ, ਮੋਰਚੇ ਵੀ ਲਾਵਾਂਗੇ। ਜੀ ਬਿਲਕੁਲ। ਲਗਾਤਾਰ 45 ਨੰਬਰ ਵਾਰਡ ਦੀ ਇਹ ਸੀਟ ਦੇ ਉੱਪਰ ਇੱਕ ਟਵਿਸਟ ਜਦੋਂ ਉਦੋਂ ਆਇਆ ਜਦੋਂ ਜਗਤਾਰ ਸਿੰਘ ਜੱਗਾ ਦੀ ਧਰਮ ਪਤਨੀ ਨੂੰ ਜਦੋਂ ਟਿਕਟ ਦੇ ਦਿੱਤੀ ਗਈ। ਸੋ ਦੇਖਣਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਸੰਗਤ ਜਗਤਾਰ ਸਿੰਘ ਜੱਗਾ ਦੀ ਧਰਮ ਪਤਨੀ ਨੂੰ ਮੌਕਾ ਦਿੰਦੀ ਹੈ ਜਾਂ ਜਤਿੰਦਰਪਾਲ ਸਿੰਘ ਗੋਲਡੀ ਜਿਹੜੇ ਮੌਜੂਦਾ ਮੈਂਬਰ ਨੇ ਜਾਂ ਉਹੀ ਵਾਪਸ ਸੇਵਾ ਦੇ ਵਿੱਚ ਆਉਂਦੇ ਨੇ। ਆਉਣ ਵਾਲਾ ਸਮਾਂ ਇਸ ਬਾਰੇ ਜਿਹੜਾ ਹੈਗਾ ਦੱਸੇਗਾ। ਭਾਈ ਸਾਹਿਬ ਰਾਠੌਰ ਸਾਹਿਬ ਨੇ, ਮੈਂ ਚਾਹਾਂਗਾ 1 ਮਿੰਟ ਦੇ ਵਿੱਚ ਆਪਣਾ ਜਿਹੜਾ ਸੰਦੇਸ਼ ਹੈ। वाहेगुरु जी का खालसा, वाहेगुरु जी की फतेह। अकाल चैनल को मैं रिक्वेस्ट करना चाहता हूँ कि अगर मैं अपनी बात 1 मिनट में तो करूँगा नहीं तो आप चैनल मेरा हटा दो। मेरी सिर्फ एक अपने सिख कौम से गुजारिश है कि ये इस सिख कौम को कहाँ से कहाँ लेके जा रहे हैं लोग। ये क्यों ऐसा कर रहे हैं कि जो हमें आपस के लड़ाई लड़ा रहे हैं। मैं पंजाबी नहीं बोलता, हिंदी में बताओ, ये भी सुन लो पहले। मेरा सिर्फ एक अनुरोध ही है आप लोगों से कि जब सिख कौम एक पहरा देती है किसी बात के ऊपर तो हम सब एक क्यों नहीं होते।
क्या इनमें फ़र्ज है कि कोई कुछ कहता है, कोई कुछ कहता है, कुछ कहता है। जो गोल्डी साहब जो आज चुनाव लड़ रहे हैं, हचरंज सिंह राठौर दास जब पहली बार ये चुनाव लड़ा था, जितने लोग उसके साथ आज चल रहे हैं, ये कोई उसके साथ नहीं थे, दास उसके साथ था। उन्हीं लोगों ने चुनाव हरवा दिया उसको, फिर दोबारा चुनाव लड़वाया तो वे इनके साथ हो गए। दास ने चुनाव जितवाया उसको। दास चुनाव जितवाने वाला नहीं है, चुनाव जितवाने संगत होती है, लेकिन संगत के साथ जो पहरा देता है ना, उसकी ज़्यादा इसलिए इज्जत होती है कि उसकी बात को लोग मानते हैं कि ऐसा नहीं, ऐसा करो। दूसरा चुनाव जो लड़ने के नंबर आया तो दास का कोई इनसे काम नहीं पड़ता, हमारी सिख कौम का कोई इनसे काम नहीं पड़ता। इस सोम कौम पे महाराज की इतनी कृपा है कि इन्हें किसी की फीस माफ़ कराने की जरूरत भी नहीं है, लेकिन इनके अपने लोग जो बड़े बड़े बैठे हैं, ये फीस अपनी माफ़ कराते हैं और यही पैसा देते नहीं, खा जाते हैं पैसे। मैं तो साफ सीधी भाषा में बोल रहा हूँ, मतलब इन लोगों को। जब ये चुनाव लड़ते हैं तो इनका कहना होता है हम सब कुछ करेंगे, लेकिन कुछ नहीं करते। जब दूसरे नंबर पे चुनाव गोल्डी ने यहाँ लड़ा तो दास उनसे नाराज था कि मेरा एक कहने पे, धामपुर में सुलह जी रहते, उनके मेरे कहने पे उन्होंने वो नहीं कराया, क्या बोलते हैं, एडमिशन। मैं उनसे नाराज़ हो गया कि हमने तुमसे क्या मांगा था भाई, अरे उसको लड़ा दो, मतलब एक टिकट दे दो उसको, मतलब उसके मतलब एडमिशन करा दो, नहीं कराया उन्होंने। जब जीके साहब यहाँ आए और उसका उद्घाटन किया, मैं उनसे नाराज़ था। मैं कहा मैं तुम्हारे साथ चलूँगा। राठौर जी आपको क्या चाहिए कभी मेरे पास आना? अरे मैं कहा तुम आज ही तो बोल रहे हो ना, सुबह तुम सब भूल जाओगे। मैं कहा मैं तो बिल्कुल साफ़ सुथरी बात करता हूँ। दोबारा फिर चुनाव जीत गए। मेरा सिर्फ गोल्डी साहब से एक कहना है कि 45 वार्ड नंबर में दास उनके साथ चला, उन्होंने यहाँ का कोई काम किया हो तो मुझे बताओ। आज तक कोई नौकरी, किसी की फीस माफ, किसी को कुछ भी। अरे तुम किसे लड़ते हो? तुम इस पैसे का क्या करोगे? कहाँ ले जाओगे इस पैसे को चुरा के? मतलब मैंने कहा जगतार सिंह जग्गा, दास का सिर्फ एक ही कहना है कि दास जिसके साथ गाड़ी के टेनमेंट में बैठ जाता है उतरता नहीं फिर वो। मैंने उसका जग्गा जी से कह दिया था कि अगर दोबारा चुनाव लड़ेगा मैं तेरे साथ चलूँगा, लेकिन इस बार मैं उनको वादा कर चुका हूँ। पिछले चुनाव में जो भी जग्गा जी हमारे बीच में नहीं रहे, उनके साथ लड़ा, आज भी लड़ रहा हूँ। और दास की ये कहना है कि बीबी हरजिंदर कौर को हमारी ड्यूटी फर्ज बनती है। अगर ये जो अब गोल्डी साहब जगह जगह प्रचार करते घूम रहे हैं, इनके बोर्ड फटवा दो, इनके, इससे क्या होगा? अरे तुम्हारी इमेज खराब हो रही, इससे मतलब बने गए। कभी थाने में बैठा देते हैं, जग्गा जी को लड़वाया, कभी उसके लिए इलेक्शन साइन नहीं है, पंजाब में नहीं बोलता ही नहीं। अरे तुम पे क्या आती है भी बोलनी? तुम भी तो सीखे हो। और आज मैं आपके अकालता से कहना चाहूँ चैनल से कि जिस दिन हरजिंदर कौर बोलना सीख गई तो देश की नेता ऐसी ऐसी लेडीज़ खड़ी हुई हैं कि जिन्होंने लोगों की जुबान को बंद कर दिया है। आप ये मत कहिए कि ये बोलती नहीं है, जब ये बोलेगी ना तो इसके सामने इनकी आवाज़ भी बंद हो जाएगी। सिर्फ मेरा एक आप लोगों के चैनल से कहना है कि जो दिल्ली की आज हालात ख़राब सरना जी ने की है, सिरसा जी का हालत इस टाइम ये है फेसबुक का इस्तेमाल करना। मैंने ये कर दिया, मैंने, अरे क्या कर दिया तुमने? अभी जो पीछे जो ये कोरोना आया, क्या करने आया यहाँ पर? गोल्डी साहब किसको मदद देने आए यहाँ पर? आज तक उससे 10 दिन पहले चुनाव था। वो कह रहे हमने सभी कितने परिवारों को राशन दिए, कितने, और कोविड का 400 बेड का हॉस्पिटल बना। ऐसा है, उन्होंने आज तक 45 वार्ड नंबर पे किसी को एक जाके राशन कार्ड भी नहीं बांटा उन्होंने, मतलब मैंने कहा यहाँ वो आए नहीं, मतलब मैंने कहा। और किस दिन आए हैं? जिस दिन शहीदी गुरुपर्व हुआ है, शहीदी गुरुपर्व वाले के दिन शहीदी गुरुपर्व मनाया जाता है, छवि लोग बांटते हैं गुरु अर्जन देव महाराज का, उसमें फैंटा ले लेके बांट रहे हैं लोगों पे, बोतलों भर भर के, और सरकारें बोल के जा रहे हैं ये शहीदी गुरुपर्व मनाया जाता है। 400 बेड का हॉस्पिटल तो बना ना, वो तो सभी दिल्ली वालों के लिए। एक मिनट, वो जो 400 बना है ना, ये सिर्फ इन लोगों की चालबाजी क्या है कि ये सिर्फ ये चाहते हैं कि हम इसको सब कुछ दिखा दे। अरे तुम क्या दिखाओगे जब तुम्हें सिख कौम के बच्चों को किसी को एडमिशन नहीं, किसी को नौकरी नहीं, बीवियों को मदद नहीं, तुम क्या किसी की हेल्प करोगे? मतलब मैंने कहा सिर्फ चैनल दिखाने की हेल्प करते हो लोगों को। अरे इससे पहले अपने लोग अपने घर का देखते हैं। पहले जब मेरा माँ बाप दुखी है ना रोड पे, उसकी कोई सेवा नहीं मानती होती है। क्या सिख कौम के लिए आप लोगों ने किया है? जितने मेरे लोग सिख समाज के कौम के लोग बैठे हुए, उन्होंने सिख कौम को क्या दिया इन्होंने? ये तो सिख कौम के महाराज की उनकी कृपा है, महाराज की, जो ये चढ़ती कला में बैठे हुए। ये तो चाहे तो हमारे कपड़े उतार के ले जाए लोग, इनके अंदर ये काम है लोगों के अंदर। वाहिगुरू जी खालसा। हाँ, मैं एक बेनती ਹੋਰ ਕਰਾਂਗਾ। ਕੱਲ ਸਾਡੀ ਇੱਕ ਮੀਟਿੰਗ ਸੀਗੀ, ਉਸ ਮੀਟਿੰਗ ਦੇ ਵਿੱਚ ਰਾਮ ਮਨੋਹਰ ਲੋਹੀਆ ਹਸਪੀਟਲ ਤੋਂ ਇੱਕ ਵੀਰ ਆਏ ਹੋਏ ਸਨ। ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਇੱਥੇ ਇਲੈਕਸ਼ਨ ਲੜਦੇ ਪਏ ਨੇ, ਅਜੇ ਸ਼ਰਮਾ ਜੀ PA to MS ਅਫਸਰ ਨੇ,
ਉਹਨਾਂ ਨੇ ਇੱਕ ਗੱਲ ਬੜੀ ਮਤਲਬ ਕਹੀ। ਉਹ ਕਹਿੰਦੇ ਕਿ ਇੱਕ ਵੀਰ ਸੀਗਾ ਜਿਹਦੇ ਨਾਲ ਕੰਨ ਦਾ ਆਪਰੇਸ਼ਨ ਹੋਣਾ ਸੀ ਬ੍ਰੇਨ ਤੋਂ, ਔਰ ਉਹਦੇ ਵਿੱਚ ਨਾ ਵੀਰ ਜੀ ਕੋਈ ਛੋਟਾ ਜਿਹਾ ਇਕਵਿਪਮੈਂਟ ਪੈਣਾ ਸੀਗਾ, 5.5 ਲੱਖ ਰੁਪਏ ਦਾ ਸੀਗਾ। ਅਜੇ ਸ਼ਰਮਾ ਨੇ ਕਿਹਾ ਕਿ ਉਹਨਾਂ ਨੇ ਇੱਕ ਗੱਲ ਬੋਲੀ ਸੀ ਕਿ ਬੇਟੇ ਤੂੰ ਕਿਸੇ ਨੂੰ ਦੱਸਣਾ ਨਹੀਂ ਹੈ, ਸਾਰਾ ਪੈਸਾ ਉਹ ਨਾਲ ਰੋ ਕੇ ਗਿਆ, ਉਹਦੀ ਅੱਖਾਂ 'ਚੋਂ ਆंसू आ रहे सी। कहता वीर जी 5.5 लाख रुपया जगतार सिंह जी ने दिया और वो उस भैया का वहाँ ऑपरेशन हुआ। इस तरह का वो साडा वीर सीगा। जिद्दां हुण तुसीं कोविड की गल कीती है, मैं कहना मुबारक है, तुसीं जो मर्जी करो, लेकिन मैं हत्थ जोड़ के बेनती करदा 9वें पातशाह के स्थान नूं छड्ड दिंदे। इन्ने वड्डे वड्डे साडे स्कूल, इन्ने वड्डे वड्डे कॉलेज, जिथे मर्जी हॉस्पिटल बना लेंदे। ਉਹ ਤੁਸੀਂ ਕੋਵਿਡ ਸੈਂਟਰ ਬਣਾਤਾ, ਸੰਗਤ ਦਰਸ਼ਨ ਨਹੀਂ ਕਰਨ ਜਾ ਪਾ ਰਹੀ ਉੱਥੇ, ਤੁਸੀਂ ਉੱਥੇ ਕੋਈ ਗੁਰਪੁਰਬ ਨਹੀਂ ਮਨਾ ਪਾ ਰਹੇ। ਉਸ ਪਵਿੱਤਰ ਸਥਾਨ ਦੇ ਉੱਤੇ ਮਤਲਬ ਤੁਸੀਂ ਗਾਣੇ ਕੀ ਗਾ ਰਹੇ ਹੋ। ਫਿਰ ਕਹਿੰਦੇ ਜੀ ਮਤਲਬ ਬਦਨ 'ਤੇ ਸਿਤਾਰੇ ਲਪੇਟੇ ਹੋਏ, ਉਹਦੇ ਨਾਲ ਕਰੋਨਾ ਠੀਕ ਹੋ ਰਿਹਾ। ਮਤਲਬ ਉਹ ਕਹਿੰਦੇ ਜੀ ਉਹ ਕੀ ਥੈਰੇਪੀ ਬੋਲਦੇ ਸੀ ਜੀ, ਸਾਊਂਡ ਹੈਪੀਨੈਸ ਥੈਰੇਪੀ। ਉਹ ਹੈਪੀਨੈਸ ਥੈਰੇਪੀ ਹੈ। ਤੁਹਾਨੂੰ ਕਿਸੇ ਨੇ ਪੁੱਛਿਆ, ਡਾਕਟਰ ਨੇ ਪੁੱਛਿਆ ਨਹੀਂ ਹੈਪੀਨੈਸ ਥੈਰੇਪੀ ਦੇਣੀ ਹੈ। ਤੁਸੀਂ ਕਹੋ ਬਈ ਗੁਰਬਾਣੀ ਦੇ ਅਸੀਂ ਸ਼ਬਦ ਦਿੰਦੇ ਹਾਂ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਗਾਓ ਨਾ ਸ਼ਬਦ। ਮੈਂ ਵੇਖਦਾ ਕਿਹੜਾ ਕਰੋਨਾ ਤੋਂ ਪੀੜਿਤ ਰਹਿ ਜਾਂਦਾ। ਕੀ ਹੋ ਕੀ ਰਿਹਾ ਸਾਡੇ ਗੁਰੂ ਘਰ ਦੇ ਵਿੱਚ। ਮੈਂ ਗੁਰਪ੍ਰੀਤ ਜੀ ਹੱਥ ਜੋੜ ਕੇ ਤੁਹਾਡੇ ਮਾਧਿਅਮ ਰਾਹੀਂ ਬੇਨਤੀ ਕਰਾਂਗਾ, ਰੱਬ ਦਾ ਵਾਸਤਾ ਜੇ ਤੁਸੀਂ ਇਸ ਗੱਲ ਨੂੰ ਬੰਦ ਕਰੋ ਔਰ ਆਪ ਜੀ ਚੋਣ ਲੜੋ, और संगत जी तुहानू चाहेगी, तुहानू सेवा जरूर देगी। और अगर सामने वाले सरना वीर जी नू सेवा देनी चाहेगी वो देगी। लेकिन एक गल जरूर है, 22 तरीक वाले दिन जिहड़ा पढ़िया लिखिया बंदा है और जिन्ने भी स्टाफ मैंबर साहबान ने जिन्होंने सैलरी नहीं मिली, जेरिया भैनों ने रकाबगंज मोर्चे लाए ने, वो मैनू लगता है वो पूरा दिलों अपना जिहड़ा उन्हां दे अंदर एक उत्साह है, मतलब उन्होंने दर्शाउण दा बदला लैण दा, वो जरूर लैणगियां। वो जरूर सरना पार्टी की जिहड़ी कार निशान है उहदे ते मोहर ला के वो सारे वीरां नूं जेतू बनाउणगियां। इन्नियां बेनतियां प्रवान करियो। मैं सारी संगत दे चरनां 'च बेनती करां, बोलदियां होया मेरे कोलों किसी दी शान दे खिलाफ या किसी कोई मेरा अल्फाज किसी वीर नूं चंगा ना लग्या होवे, मैं उहदे कोलों माफ़ी मंगदा। और मैं बेनती करदा गुरु तेग बहादुर साहब के चरणों से कि हे महाराज जी गले नूं तंदरुस्ती बख्शो और इस दिमाग चो अल्फाज होइयो बख्शो जो तुसी बुलवाने होन। सारी संगत नूं फतेह खजाना। वाहिगुरू जी का खालसा, वाहिगुरू जी की फतेह जी। बिल्कुल संगत जी, सारी अपडेट नाल इसे तरीके तुहानूं जोड़ते रहांगे। 45 नंबर वार्ड का रिजल्ट भी तुहाडे नाल जरूर साझा करांगे। तुसीं देखते रहो काल चैनल। वाहिगुरू जी का खालसा, वाहिगुरू जी की फतेह जी। मैं संगत तो यह पूछना चाहता, सिरसा साहब कहते हैं असीं जमानत कराइया किसानों की, किसी एक किसान की जमानत दिखा दे जिंदे उन्हें अपने कागज़ लगाए होन, फोटो खिचाने सारे पहुँच जाते सीगे। सरदार जगतार सिंह जग्गा जी ने अपनी गड्डी की 25 लाख की गड्डी की जमानत दे के किसान छुड़ाए सीगे। उन्होंने तो जान तो बाद उन्होंने जमानत मैं दी है। सिरसा साहब जवाब देन किहड़े किसान की जमानत की है उन्होंने। पंदा कमेटी तो काफ़ी कहते कि 150 किसानों की जमानत उन्होंने कराई। सर प्रूफ दिखाओ ना, अपने कागज़ दिखाओ, फोटो खिचान पहुँच जाते हो, फोटो खिचाने नाल की जमानत हो जाती है। बंदे बाहर आ रहे हो, आप कह रहे हैं कि असीं सिरसा साहब का धन्यवाद करते हैं। ਜਿਹੜੇ ਬੋਲ ਰਹੇ ਨੇ ਜੀ ਉਹਨਾਂ ਤੋਂ ਪੁੱਛੋ ਤੁਸੀਂ ਪੇਪਰ ਦਿਖਾਓ ਸਾਨੂੰ ਕਿ ਕਿਹੜੀ ਜ਼ਮਾਨਤ ਕੀਤੀ ਹੈ ਤੁਸੀਂ। ਜਿਹੜਾ ਜੇਲ੍ਹ ਗਿਆ ਹੈ, ਜਿੰਦੇ ਖਿਲਾਫ ਕੇਸ ਹੋਇਆ ਹੈ, ਜ਼ਮਾਨਤ ਉਨੀ ਹੁੰਦੀ ਹੋਣੀ ਹੈ, ਅੱਜ ਹੋਏ ਕੱਲ ਹੋਏ ਹੋਣੀ ਹੈ, ਤੁਸੀਂ ਕਿਹੜੀ ਜ਼ਮਾਨਤ ਕਰਾਈ ਹੈ ਦੱਸੋ ਨਾ ਮੈਨੂੰ, ਕੋਈ ਜਵਾਬ ਦਿਓ ਸਿਰਸਾ ਸਾਹਿਬ। ਬਿਲਕੁਲ ਵੀਰ ਜੀ, ਇਹ ਜਿਹੜੀ ਗੱਲ ਵੀਰ ਜੀ ਕਹਿ ਰਹੇ ਨੇ ਬਿਲਕੁਲ ਸਹੀ ਕਹਿ ਰਹੇ ਨੇ ਔਰ ਖੁਦ ਅਸੀਂ ਦੇਖ ਰਹੇ ਹਾਂ। ਸਿਰਫ ਫੋਟੋ ਖਿਚਾਉਣ ਨਾਲ ਕੁਝ ਨਹੀਂ ਹੁੰਦਾ ਹੈਗਾ ਕਿ ਤੁਸੀਂ ਆਪਣਾ ਨਾਮ ਕਰੀ ਜਾ ਰਹੇ ਹੋ। ਮੈਂ ਖੁਦ ਦੇਖਿਆ ਹੈਗਾ, 8 ਸਾਲ ਹੋ ਗਏ ਆ, 8 ਸਾਲ 'ਚ ਕੁਝ ਵੀ ਗੁਰਦੁਆਰੇ ਦਾ ਪ੍ਰਬੰਧ ਜਿਹੜਾ ਸੁਧਰਿਆ ਨਹੀਂ ਹੈ। ਗੁਰਦੁਆਰੇ ਦੇ ਅੰਦਰ ਉਲਟਾ ਟੋਟਲੀ ਹੋਰ ਬਦਮਾਸ਼ੀ ਵੱਧ ਗਈ ਹੈ, ਹਰ ਚੀਜ਼ ਦੀ ਬਦਮਾਸ਼ੀ ਵੱਧ ਗਈ ਹੈ, ਸੇਵਾ ਦੀ ਬਦਮਾਸ਼ੀ ਵੱਧ ਗਈ ਹੈ, ਆਦਿ ਵੱਧ ਗਈ ਹੈ। ਸਾਡੇ ਇਲਾਕੇ ਦਾ ਮੈਂਬਰ ਹੈ ਤੇ ਚਾਹੇ ਉਹਨੇ ਜ਼ਿੰਦਗੀ 'ਚ ਘਰ 'ਚ ਕਛਹਿਰਾ ਨਹੀਂ ਪਾਇਆ ਗੋਡੇ ਤੱਕ, ਪਰ ਗੋਡੇ ਕਛਹਿਰਾ ਪਾ ਕੇ ਥੜਿਆਂ 'ਤੇ ਚੜ੍ਹ ਕੇ ਸੇਵਾ ਕਰ ਰਹੇ ਨੇ। ਕਿਰਪਾਨਾਂ ਘਰ ਨਹੀਂ ਪਾਈਆਂ, ਉੱਥੇ ਜਾ ਕੇ ਕਿਰਪਾਨਾਂ ਲੰਬੀਆਂ ਪਾ ਕੇ ਦਿਖਾ ਰਹੇ ਸੀ ਅੰਮ੍ਰਿਤ ਛਕਿਆ ਹੋਇਆ। ਇਹ ਖੁਦ ਦੇਖਦਾ ਮੈਂ ਇਸ ਚੀਜ਼ ਨੂੰ, ਤੇ ਮੈਂ ਖੁਦ ਗੁਰੂ ਘਰਾਂ ਨੂੰ ਜਿਹੜਾ ਕੁਝ ਹੋ ਰਿਹਾ ਇਸ ਟਾਈਮ 'ਤੇ, ਉਹ ਮੇਰਾ ਜੋ ਦਿਲ ਹੈ ਨਾ ਉਹ ਬੜਾ ਦਰਦ ਹੈਗਾ। ਔਰ ਮੈਂ ਖੁਦ ਸੰਦਾ ਕਿ ਮੈਂ ਬਚਪਨ 'ਚ ਵੀ ਦੇਖਿਆ, ਇੰਨੀ ਉਮਰ 'ਚ ਹੈਗਾ ਸੀ, ਛੋਟੀ ਜਿਹੀ ਉਮਰ 'ਚ। ਅਤੇ ਮੇਰੇ ਪਿਤਾ ਜੀ ਸਰਨਾ ਜੀ ਬਾਰੇ ਬਹੁਤ ਕੁਝ ਦੱਸਦੇ ਸੀ ਕਿ ਸਰਨਾ ਜੀ ਬੜੇ ਵਧੀਆ ਬੰਦੇ ਹੈਗੇ। ਇਹਨਾਂ ਨੇ ਜਿਹੜੀ ਸੇਵਾ ਕੀਤੀ ਹੈ, ਗੁਰਦੁਆਰੇ ਜਿਹੜੇ ਅੱਜ ਬਣੇ ਹੋਏ ਨੇ ਉਹ ਉਹਨਾਂ ਦੀ ਸੇਵਾ ਕਰਕੇ ਬਣੇ ਹੋਏ ਨੇ, ਅੱਜ ਦੇਖੋ ਜਾ ਕੇ ਤੁਸੀਂ ਗੁਰਦੁਆਰੇ ਦੇ ਅੰਦਰ ਕੀ ਹੋਇਆ। ਹਸਪਤਾਲ ਉਵੇਂ ਦਾ ਉਵੇਂ ਪਿਆ। ਹਸਪਤਾਲ ਹੁੰਦਾ, ਅੱਜ ਹਸਪਤਾਲ ਹੁੰਦਾ ਅਤੇ ਕੋਵਿਡ ਦੇ ਅੰਦਰ ਘੱਟ ਤੋਂ ਘੱਟ ਸਾਡੇ ਸਿੱਖ ਪਰਿਵਾਰ ਬਚਦੇ,
ਸਾਡੇ ਸਿੱਖ ਪਰਿਵਾਰਾਂ ਨੂੰ ਬੱਚਿਆਂ ਨੂੰ ਨੌਕਰੀਆਂ ਮਿਲਦੀਆਂ ਜਿਹੜੇ ਐਜੂਕੇਟਿਡ ਬੈਠੇ ਨੇ। ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲਾਂ ਦਾ ਹਾਲ ਉਹ ਹੋ ਚੁੱਕਿਆ। ਮੇਰਾ ਬੇਟਾ ਐਡਮਿਸ਼ਨ ਨਹੀਂ ਹੋ ਪਾ ਰਿਹਾ, ਐਡਮਿਸ਼ਨ ਵਾਸਤੇ ਜਾਂਦਾ, ਹਾਲਾਂਕਿ ਮੇਰਾ ਮੈਂਬਰ ਜਾਣਕਾਰ ਮੈਂਬਰ ਹੈਗਾ, ਉਹਨੂੰ ਕਹਿੰਦਾ, ਉਹ ਕਹਿੰਦਾ ਭਈਆ ਕਿੰਨੇ ਪੈਸੇ ਦੇਗਾ ਦੱਸੋ। ਜਿਹੜੇ ਗੋਲਕਾਂ ਲਾ ਰੱਖੀਆਂ ਬੱਚਿਆਂ ਵਾਸਤੇ ਕਿ ਹਾਂਜੀ ਇਹ ਪੜ੍ਹਾਈ ਵਾਸਤੇ ਬੱਚਿਆਂ ਦੇ ਗੋਲਕਾਂ, ਉੱਥੇ ਮਾਇਆ ਪਾ ਰਹੀ ਹੈ ਸੰਗਤ, ਉਹ ਗੋਲਕ ਦਾ ਪੈਸਾ ਕਿੱਥੇ ਜਾਏਗਾ? ਉਹਨੂੰ ਲਾਓ ਨਾ ਬੱਚਿਆਂ ਵਾਸਤੇ। ਗਰੀਬ ਘਰਾਂ 'ਚ ਜਾਓ। ਕੋਵਿਡ ਦੇ ਅੰਦਰ ਤੁਸੀਂ ਬੜੇ ਲੰਗਰ ਲਾਏ, ਤ੍ਰਿਗ ਇਹੋ ਜਿਹਾ ਖਾਦਿਆ ਜਿੱਦ ਵਧਾਇਆ ਪੇਟ, ਗੁਰੂ ਸਾਹਿਬ ਨੇ ਵੀ ਹੁਕਮ ਬਾਣੀ 'ਚੋਂ ਕਿਹਾ। ਇਹੋ ਜਿਹੇ ਖਾਣੇ ਨਾਲ ਕੀ ਪੇਟ ਭਰਨਾ? ਜਿਹੜੀ ਜ਼ਰੂਰਤ ਹੈਗੀ ਉਹ ਜ਼ਰੂਰਤਾਂ ਪੂਰੀ ਕਰੀਏ। ਬੱਚਿਆਂ ਦੀ ਫੀਸਾਂ ਭਰਦੇ, ਕਿਸੇ ਗਰੀਬ ਘਰ ਦਾ ਅੱਜ ਬੈਠਾ ਹੋਏਗਾ ਗਰੀਬ ਪਰਿਵਾਰ, ਜਿਹੜਾ ਆਪਣੇ ਘਰ ਦਾ ਕਿਰਾਇਆ ਨਹੀਂ ਦੇ ਪਾ ਰਿਹਾ ਹੋਏਗਾ, ਜਿਹੜਾ ਨੌਕਰੀ ਨਹੀਂ ਕਰ ਰਿਹਾ ਹੋਏਗਾ, ਉਹਨੂੰ ਜਾ ਕੇ ਪੈਸਾ ਦਿਓ ਨਾ, ਗੋਲਕਾਂ ਉਹਦੇ ਵਾਸਤੇ ਖੋਲੋ। ਗਰੀਬ ਦਾ ਮੂੰਹ ਗੁਰੂ ਦੀ ਗੋਲਕ। ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਮਾਇਆ ਨਾਲ ਪਿਆਰ ਹੁੰਦਾ, ਆਪਣੇ ਬੱਚਿਆਂ ਨੂੰ ਨਾ ਵਾਰਦੇ। ਜੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਮਾਇਆ ਨਾਲ ਪਿਆਰ ਹੁੰਦਾ, ਆਪਣਾ ਸੀਸ ਨਾ ਦਿੰਦੇ। ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਆਪਣਾ ਪਿਆਰ ਹੁੰਦਾ, ਤੱਤੀ ਤਵੀ ਤੇ ਨਾ ਪੈਂਦੇ। ਪਰ ਤੁਸੀਂ ਕੀ ਸੋਚ ਰਹੇ ਹੋ? ਸਿਰਫ ਆਪਣੀ ਜੇਬਾਂ ਭਰਨ ਵਾਸਤੇ ਰਹਿ ਗਏ ਹੋ। ਗਰੀਬਾਂ ਦਾ ਕੁਝ ਨਹੀਂ ਸੋਚਣਾ ਹੈਗਾ। ਪੰਥ ਸਾਡਾ ਥੱਲੇ ਜਾਈ ਜਾ ਰਿਹਾ, ਕੁਝ ਸੋਚ ਨਹੀਂ ਹੈ। ਅੱਜ ਕੋਈ ਸਿੱਖ ਭਰਾ ਨੂੰ ਮਾਰ ਪੈ ਰਹੀ ਹੋਏ, ਕਿਹੜਾ ਮੈਂਬਰ ਆਂਦਾ ਅੱਗੇ ਦੱਸੋ ਮੈਨੂੰ? ਕੋਈ ਆ ਰਿਹਾ ਮੈਂਬਰ? ਕੋਈ ਨਹੀਂ ਆਂਦਾ ਵੀਰ ਜੀ। ਹੁਣੇ ਬੰਗਲਾ ਸਾਹਿਬ ਗਿਆ, ਗੁਰੂ ਹਰਕ੍ਰਿਸ਼ਨ ਮਹਾਰਾਜ ਦਾ ਗੁਰਪੁਰਬ ਹੈਗਾ ਸੀ। ਕਨਾਟ ਪਲੇਸ ਚੌਂਕ ਦੇ ਉੱਤੇ 3 ਸਿੱਖ ਵੀਰ ਜਿਹਨੂੰ ਬਰੇਜ਼ਾ ਗੱਡੀ ਨੇ ਟੱਕਰ ਮਾਰੀ, ਬਾਈਕ ਤੇ ਹੈਗੇ ਸੀ, ਵਿਚਾਰਾ ਇੰਨੀ ਦੂਰ ਜਾ ਕੇ ਸੱਟਿਆ, ਉਹਨਾਂ ਦੇ ਸਰ ਫਟ ਗਏ ਸੀ, ਪੂਰੀ ਮਰਨ ਵਾਲੀ ਹਾਲਤ ਹੈਗੀ ਸੀ। ਕੋਈ ਚੁੱਕ ਕੇ ਰਾਜੀ ਨਹੀਂ। ਹਾਲਾਂਕਿ ਕਿੰਨੇ ਮੈਂਬਰ ਵੀ ਨਿਕਲ ਗਏ ਹੋਣਗੇ ਉੱਥੋਂ, ਜਾਂ ਖਬਰ ਵੀ ਪਹੁੰਚ ਗਈ ਹੋਏਗੀ, ਪਰ ਕੋਈ ਆਇਆ ਨਹੀਂ ਵੀਰ ਜੀ। ਦਾਸ ਨੇ ਖੁਦ ਚੁੱਕ ਕੇ ਗੱਡੀ 'ਚ, ਪੁਲਿਸ ਦੀ ਗੱਡੀ 'ਚ ਬਿਠਾਇਆ। ਪੁਲਿਸ ਵਾਲੀ ਗੱਡੀ ਸਾਹਮਣੇ ਜਿਪਸੀ ਖੜੀ ਹੈ, ਉਸ ਗੱਡੀ ਦੇ ਅੰਦਰ ਉਹ ਲੈਣ ਤੋਂ ਮਨਾ ਕਰ ਰਹੇ ਨੇ। ਦਾਸ ਨੇ ਕਿਹਾ ਹੁਣੇ ਬਿਠਾਓ ਗੱਡੀ, ਨਹੀਂ ਤੇ ਤੁਹਾਡੀ ਵੀਡੀਓ ਬਣਾ ਰਿਹਾ। ਉਹ ਗੱਡੀ ਤੇ ਬਿਠਾਇਆ, ਹਸਪਤਾਲ ਪਹੁੰਚਾਇਆ, ਇਰਵਿਨ ਹਸਪਤਾਲ ਦੇ ਅੰਦਰ। ਤੇ ਤਾਂ ਜਾ ਕੇ ਔਰ ਦਾਸ ਨੇ ਮੈਸੇਜ ਵੀ ਭੇਜੇ ਗਰੁੱਪਾਂ ਦੇ ਅੰਦਰ ਕਿ ਹਾਂਜੀ ਜਿੰਨੀ ਹੋ ਸਕੇ ਉਹਨਾਂ ਦੀ ਮਦਦ ਕਰੋ ਔਰ ਪਰਿਵਾਰ ਨੂੰ ਖਬਰ ਪਹੁੰਚਾਓ। ਕੀ ਕਰ ਰਹੇ ਨੇ ਮੈਂਬਰ? ਸਿਰਫ ਫੋਟੋਆਂ ਖਿਚਾਉਣ ਵਾਸਤੇ ਰਹਿ ਗਏ ਨੇ ਗੁਰਦੁਆਰੇ ਦੇ ਅੰਦਰ, ਹੋਰ ਕੁਝ ਨਹੀਂ ਰਹਿ ਗਿਆ। ਕੀਰਤਨ ਦਰਬਾਰ, ਤੁਸੀਂ ਕੀਰਤਨੀਆਂ ਨੂੰ 31,000 ਰੁਪਏ ਦੇ ਰਹੇ ਹੋ, 51,000 ਰੁਪਏ। ਛੋਟੇ ਕੀਰਤਨੀਏ ਬੈਠੇ ਆ, ਉਹਨਾਂ ਦੀ ਸੇਵਾ ਕਰੋ ਨਾ, ਉਹਨਾਂ ਦੇ ਘਰ ਪਰਿਵਾਰ ਕਰੋ। ਕੋਵਿਡ ਦੇ ਅੰਦਰ ਉਹਨਾਂ ਦੇ ਘਰ 'ਚ ਰੋਟੀ ਨਹੀਂ ਬਣੀ, ਚੁੱਲ੍ਹੇ ਨਹੀਂ ਜਲੇ। ਤੁਸੀਂ ਵੱਡੇ ਕੀਰਤਨੋਂ ਜਾ ਕੇ 31,000 ਰੁਪਏ, 51,000 ਰੁਪਏ ਦੇ ਰਹੇ ਹੋ, ਜਿਹੜੇ ਇੱਕ ਦਿਨ ਦੇ ਅੰਦਰ 6 ਕੀਰਤਨ ਦਰਬਾਰ ਦੇ ਅੰਦਰ ਹਾਜ਼ਰੀਆਂ ਭਰਦੇ ਨੇ। ਫਿਰ ਤੇ ਮੈਂ ਇਹੀ ਕਹਾਂਗਾ ਕਿ ਸਰਨਾ ਸਾਹਿਬ ਨੂੰ ਲਿਆਓ, ਉਹ ਆਪਣਾ ਇਸ ਵਾਰ ਜੋ ਉਹਨਾਂ ਦਾ ਮੈਨੀਫੈਸਟੋ ਹੈਗਾ ਉਹਨੂੰ ਪੂਰਾ ਕਰਨਗੇ। ਤੇ ਜਿਹੜੀ ਸੰਗਤ ਹੈਗੀ ਹੈ ਉਹਨਾਂ ਨੂੰ ਅਪੀਲ ਹੈਗੀ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਿਹੜੀ ਬੇਦਬੀ ਹੋਈਆਂ ਨਾ, ਉਹਨੂੰ ਚੇਤੇ ਰੱਖ ਲੈਣਾ। ਕਿਉਂਕਿ ਤੁਸੀਂ ਜਿੰਨਾ ਮਰਜ਼ੀ ਕਹਿੰਦੇ ਰਹੋ ਗੁਰੂ ਮਾਨਿਓ ਗ੍ਰੰਥ, ਗੁਰੂ ਮਾਨਿਓ ਗ੍ਰੰਥ, ਰਾਜ ਕਰੇਗਾ ਖਾਲਸਾ। ਖਾਲਸਾ ਰਾਜ ਐਵੇਂ ਨਹੀਂ ਕਰੇਗਾ ਕਿ ਜਿਵੇਂ ਜਕਾਰੇ ਲਗਾਤੇ ਰਾਜ ਕਰੇਗਾ ਖਾਲਸਾ। ਰਾਜ ਕਰੇਗਾ ਖਾਲਸਾ ਤਾਂ ਹੀ ਕਰੇਗਾ ਜਿਹੜਾ ਇੱਕ ਖਾਲਸਾ, ਜਿਹੜਾ ਇੱਕ ਸਿੱਖ ਗਰੀਬ ਨੂੰ ਦੇਖੇਗਾ, ਗੁਰੂ ਘਰ ਨੂੰ ਦੇਖੇਗਾ, ਗੁਰੂ ਘਰ ਦੀ ਮਰਿਆਦਾ ਨੂੰ ਦੇਖੇਗਾ। ਬਸ ਇੰਨਾ ਹੀ ਮੈਂ ਕਹਿਣਾ ਚਾਹੁੰਦਾ। ਸੋ ਆਉਣ ਵਾਲੀ 22 ਤਰੀਕ ਨੂੰ ਆਪ ਜੀ ਕਾਰ ਤੇ ਮੋਹਰ ਲਗਾਓ ਔਰ ਗੁਰੂ ਗ੍ਰੰਥ ਸਾਹਿਬ ਨੂੰ ਚੇਤੇ ਰੱਖ ਕੇ ਮੋਹਰ ਲਗਾਓ ਤੇ ਸਰਨਾ ਸਾਹਿਬ ਨੂੰ ਸੇਵਾ ਦੇ ਅੰਦਰ ਲਿਆਓ ਤਾਂ ਕਿ ਇਹ ਪੰਥ ਹੋਰ ਅੱਗੇ ਵਧੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।